ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਇਹ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਨਿਮਾਣਾ ਜਿਹਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਵਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਉਸ ਅੰਦਰ ਜਜ਼ਬੇ ਦੀ ਸੀਮਾ ਕੀ ਹੋਊ, ਉਸ ਅੰਦਰ ਜਜ਼ਬੇ ਦੀ ਸੀਮਾ ਕੀ ਹੋਊ, ਜੋ ਅੜਿਆ ਅਸੂਲਾਂ ਤੇ ਘਿਰਿਆ ਵਿੱਚ ਗਹਿਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਇਹ ਸਾਦੇ ਲਿਬਾਸਾਂ 'ਚ ਕੌਣ ਨੇ ਫਕਰ, ਇਹ ਸਾਦੇ ਲਿਬਾਸਾਂ 'ਚ ਕੌਣ ਨੇ ਫਕਰ, ਜਿਨ੍ਹਾਂ ਨੇ ਗਿਆਨ ਦੀਆਂ ਵੰਡੀਆਂ ਨੇ ਖੈਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਜੋ ਚੱਲੇ ਅਸੂਲਾਂ ਦੀਆਂ ਸੂਲਾਂ ਦੇ ਉੱਤੇ, ਜੋ ਚੱਲੇ ਅਸੂਲਾਂ ਦੀਆਂ ਸੂਲਾਂ ਦੇ ਉੱਤੇ, ਜੀ ਕਰਦਾ ਉਹਨਾਂ ਲਈ ਥੋੜਾ ਤਾਂ ਠਹਿਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਦੋਸਤੋ, ਆਪਣੀ ਇਸ ਛੋਟੀ ਜੀ ਨਿਮਾਣੀ ਜੀ ਪੇਸ਼ਕਾਰੀ ਦੇ ਨਾਲ ਅੱਜ ਦੇ ਇਸ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ ਤੇ ਨਾਲ ਥੋੜਾ ਜਿਹਾ ਸਸਪੈਂਸ ਜ਼ਰੂਰ ਰੱਖਣਾ ਚਾਹਾਂਗਾ ਕਿ ਅੱਜ ਦੀ ਇਹ ਪੋਇਟਰੀ ਜਿਹੜੀ ਹੈ ਕਿਹੜੀ ਸ਼ਖਸੀਅਤ ਨੂੰ ਮੁਖਾਤਿਬ ਹੈ। ਆਓ ਇਸ ਦੇ ਨਾਲ ਹੀ ਮੈਂ ਸਵਾਗਤ ਕਰਨਾ ਚਾਹਾਂਗਾ ਸਾਡੇ ਨਾਲ ਲੋਕਡਾਊਨ ਦੇ ਕਰਕੇ ਰਿਮੋਟਲੀ ਜੁੜ ਚੁੱਕੇ ਕਲਗੀਧਰ ਟਰਸਟ UK ਦੇ ਟਰਸਟੀ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਜੀ ਦਾ। ਅਟਵਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਟਵਾਲ ਜੀ, ਅਸੀਂ ਦੇਖਦੇ ਹਾਂ ਕਿ ਜਦੋਂ ਜ਼ਿੰਦਗੀ ਦੇ ਅਸੂਲਾਂ ਨੂੰ ਕਹਿ ਲਓ ਜਾਂ ਕਦਰਾਂ ਕੀਮਤਾਂ ਨੂੰ ਪਿੱਛੇ ਰੱਖ ਕੇ ਅਣਗੌਲਿਆਂ ਕਰਕੇ ਜਿਉਣਾ ਹੋਵੇ ਤਾਂ ਸ਼ਾਇਦ ਉਹ ਜ਼ਿੰਦਗੀ ਸੌਖੀ ਕਿਸੇ ਹੱਦ ਤੱਕ ਜ਼ਰੂਰ ਹੋ ਜਾਂਦੀ ਹੋਏਗੀ, ਪਰ ਜਦੋਂ ਅਸੀਂ ਉਸਦੇ ਉਲਟ ਅਸੂਲਾਂ ਤੇ ਪਹਿਰਾ ਦੇ ਕੇ ਜਿਉਂਦੇ ਹਾਂ, ਇੱਕ ਕਦਰਾਂ ਕੀਮਤਾਂ ਨੂੰ ਮੂਹਰੇ ਰੱਖ ਕੇ ਜਿਉਂਦੇ ਹਾਂ, ਤਾਂ ਜ਼ਿੰਦਗੀ ਚੈਲੰਜਿੰਗ ਜ਼ਰੂਰ ਹੋ ਜਾਂਦੀ ਹੈ, ਪਰ ਨਾਲ ਦੀ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਸਦੀਆਂ ਲਈ ਇੱਕ ਮਿਸਾਲ ਵੀ ਬਣ ਜਾਂਦੀ ਹੈ। ਅਟਵਾਲ ਜੀ, ਜੇ ਇਸੇ ਤਰ੍ਹਾਂ ਦੀ ਹੀ ਇੱਕ ਅਸੀਂ ਮਿਸਾਲ ਕੁਨ ਮਹਾਨ ਤੇ ਵੈਲਿਊ ਬੇਸਡ ਜ਼ਿੰਦਗੀ ਦੀ ਗੱਲ ਕਰੀਏ, ਉਸ ਇਨਸਾਨ ਦੀ ਗੱਲ ਕਰੀਏ ਜੋ ਕਿ ਸਨ ਸਤਿਕਾਰਯੋਗ ਬਾਬਾ ਤੇਜਾ ਸਿੰਘ ਜੀ, ਸੋ ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ, ਕਿ ਤੁਸੀਂ ਉਹਨਾਂ ਦੀ ਜ਼ਿੰਦਗੀ ਤੇ ਥੋੜੀ ਜਿਹੀ ਰੋਸ਼ਨੀ ਪਾ ਸਕਦੇ ਹੋ? ਹਾਂਜੀ, ਸੰਤ ਤੇਜਾ ਸਿੰਘ ਜੀ ਮਹਾਰਾਜ ਇਸ ਹਫ਼ਤੇ 14 ਮਈ ਨੂੰ ਉਹਨਾਂ ਦਾ ਜਨਮ ਦਿਨ ਸੀ ਜੀ, ਤੇ ਉਸੇ ਕੰਟੈਕਸਟ ਦੇ ਵਿੱਚ ਅਸੀਂ ਅੱਜ ਦਾ ਪ੍ਰੋਗਰਾਮ ਕਿ ਐਡੀ ਬੜੀ ਤੁਸੀਂ ਰੂਹਾਨੀ ਰਾਹਾਂ ਦੀ ਗੱਲ ਕੀਤੀ ਹੈ, ਸੁਨਹਿਰੀ ਪੈੜਾਂ ਦੀ ਗੱਲ ਕੀਤੀ ਹੈ। ਹਾਂਜੀ, ਤੇ ਉਹ ਵਾਕਿਆ ਹੀ ਤੁਹਾਡੀਆਂ ਲਾਈਨਾਂ ਦੇ ਉੱਤੇ ਇੱਕ ਖਰਾ ਉਤਰਨੇ ਵਾਲੇ ਸੰਤ ਫਕੀਰ ਜੀ ਜੀ ਜਿਨ੍ਹਾਂ ਨੇ ਇੱਕ ਬਹੁਤ ਵੱਡੇ ਮਿਸ਼ਨ ਨੂੰ ਜੁਆਇਨ ਕੀਤਾ। ਹਾਂਜੀ, ਬਿਲਕੁਲ। ਤੇ ਦੇਖੋ, ਇਹ ਜਿਹੜੇ ਬੜੀਆਂ ਪ੍ਰਾਪਤੀਆਂ, ਬੜੀਆਂ ਰੂਹਾਂ, ਇਹ ਤੇ ਸਭ ਰੂਹਾਨੀ ਹੁਕਮ ਦੇ ਵਿੱਚ ਹੀ ਹੁੰਦਾ ਸਭ ਕੁਝ। ਹਾਂਜੀ, ਬਿਲਕੁਲ। ਤੇ ਮੈਂ ਦੱਸਦਾ ਜਾਵਾਂ ਕਿ ਸੰਤ ਜੀ ਆਪਣੀ, ਮੈਨੂੰ ਲੱਗਦਾ ਗ੍ਰੈਜੂਏਸ਼ਨ ਤੱਕ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਮਿਲਣ ਤੋਂ ਪਹਿਲਾਂ ਦਾ ਜੋ ਇਹਨਾਂ ਦੀ ਲਾਈਫ ਸੀ, ਹਾਂਜੀ, ਇਹ ਇੱਕ ਨੌਨ ਬਲੀਵਰ ਸੀਗੇ, ਪਰਮਾਤਮਾ ਦੇ ਵਿੱਚ ਨਾਸਤਿਕ ਸੀਗੇ, ਨਹੀਂ ਮੰਨਦੇ ਸੀ ਪਰਮਾਤਮਾ ਕੋਈ ਚੀਜ਼ ਨਹੀਂ ਹੈਗੀ ਜੀ। ਪਰ ਇੰਟੈਲੀਜੈਂਟ, ਸੁਪਰ ਇੰਟੈਲੀਜੈਂਟ, 10ਵੀਂ ਤੋਂ ਲੈ ਕੇ ਪਤਾ ਨਹੀਂ MA, ਜੋ ਵੀ MA ਤੱਕ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੋਲਡ ਮੈਡਲਿਸਟ ਰਹੇ, ਫਸਟ ਆਉਂਦੇ ਰਹੇ। ਬਿਲਕੁਲ ਜੀ। ਸੋ ਐਕੈਡੈਮਿਕਲੀ ਕੋਈ ਪ੍ਰੋਬਲਮ ਨਹੀਂ, ਸੋ ਬੜੇ ਫਕੀਰ ਗਰੀਬ ਸੁਭਾਅ ਦੇ ਇਨਸਾਨ, ਪਰ ਰੱਬ ਦੇ ਵਿਸ਼ਵਾਸ ਨਹੀਂ ਸੀ ਇਹਨਾਂ ਦਾ ਜੀ। ਪਰ ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਮਿਲੇ ਜੀ, ਉਹ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਮਿਲਦਿਆਂ ਹੀ, ਸੋ ਇਹ ਬਿਲਕੁਲ ਸਹੀ ਗੁਰਬਾਣੀ ਦੀਆਂ ਲਾਈਨਾਂ ਨੇ ਕਿ ਸੰਤੋ ਸਾਗਰ ਪਾਰ ਉਤਰੀਏ ਜੀ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਹਾਂਜੀ, ਇਹ ਤੋਂ ਬਾਅਦ ਉਹ ਸਫ਼ਰ ਜੋ ਚੇਂਜ ਹੋਇਆ ਸੰਤ ਅਤਰ ਸਿੰਘ ਜੀ ਨੂੰ ਮਿਲਣ ਤੋਂ ਬਾਅਦ, ਉਹ ਮਤਲਬ ਇੱਕ ਬਿਲਕੁਲ ਹੀ ਅਲੱਗ ਸਫ਼ਰ ਸੀਗਾ ਇਹਨਾਂ ਦਾ। ਬਿਲਕੁਲ ਜੀ। ਤੇ
ਉਸ ਸਫ਼ਰ ਬਾਰੇ ਅਸੀਂ ਗੱਲ ਕਰਾਂਗੇ। ਸੋ ਬੜੀ ਮਹਾਨ ਸ਼ਖਸੀਅਤ ਜਿਹੜੇ ਕਿ ਅੱਜ ਉਹਨਾਂ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ ਪ੍ਰੈਜ਼ੀਡੈਂਟ ਕਲਗੀਧਰ ਟਰਸਟ, ਹਾਂਜੀ, ਬੜੂ ਸਾਹਿਬ ਦੇ ਨਾਂ ਦੇ ਅੰਡਰ ਜਿਹੜੇ 129 ਸਕੂਲ ਚੱਲ ਰਹੇ ਨੇ ਜੀ, ਇਹ ਉਸੇ ਮਿਸ਼ਨ ਦੀ ਇੱਕ ਲੜੀ ਨੇ। ਉਹ ਸੰਤ ਮਹਾਰਾਜ ਬੜੀਆਂ ਮਹਾਨ ਕੁਰਬਾਨੀਆਂ ਰੂਹਾਂ ਉਸ ਮਿਸ਼ਨ ਦੇ ਪਿੱਛੇ, ਜਿਸ ਕਰਕੇ ਉਹ ਮਿਸ਼ਨ ਇਹਨਾਂ ਤਰੱਕੀਆਂ ਤੇ ਜਾ ਰਿਹਾ ਹੈ ਇਸ ਵੇਲੇ। ਹਾਂਜੀ, ਤੇ ਇਹਨਾਂ ਦੇ ਜੀਵਨ ਦੇ ਵਿੱਚੋਂ ਜੇ ਅਸੀਂ ਕੁਝ ਸੇਧ ਲੈਣੀ ਹੋਵੇ ਤਾਂ ਸਭ ਤੋਂ ਵੱਡੀ ਸੰਤ ਅਤਰ ਸਿੰਘ ਜੀ ਨੇ, ਜੋ ਇਹਨਾਂ ਨੂੰ ਇਹ ਸੀਗਾ ਵੀ ਦੇਖੋ ਆਪਣੇ ਪੰਜਾਬ ਦੇ ਵਿੱਚ, ਨਾਰਥਰਨ ਇੰਡੀਆ ਦੇ ਵਿੱਚ ਆਪਣੇ ਗੁਰੂਆਂ ਦੀ ਜਨਮ ਭੂਮੀ ਹੈ। ਉਹ ਗੁਰੂਆਂ ਦਾ ਜੋ ਹੈ ਇੱਕ ਵਿਰਸਾ ਉਸ ਏਰੀਏ ਦੇ ਵਿੱਚ ਬਹੁਤ ਤਕੜਾ ਵਿਰਸਾ ਸਾਡੇ ਕੋਲ ਆ। ਉਹ ਸਾਡਾ ਵੀ ਵਿਜ਼ਨ ਸੀ ਕਿ ਜਿਹੜੇ ਵੈਸਟਰਨ ਕੰਟਰੀ ਦੇ ਵਿੱਚ ਵੀ ਥੋੜਾ ਜਿਹਾ ਇਸ ਬਾਰੇ ਗੁਰੂ ਨਾਨਕ ਦੇਵ ਜੀ ਦਾ ਜੋ ਮੈਸੇਜ ਹੈ, ਜੋ ਸਿੱਖਿਆ ਮੈਸੇਜ ਹੈ, ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਪਹੁੰਚਾਇਆ ਜਾਵੇ। ਹਾਂਜੀ, ਸੋ ਬੜੇ ਪੜ੍ਹੇ ਲਿਖੇ ਇੰਟੈਲੀਜੈਂਟ ਹੋਣ ਦੇ ਕਾਰਨ ਇਹਨਾਂ ਨੂੰ ਇਹੋ ਰੋਲ ਦਿੱਤਾ ਗਿਆ ਜੀ। ਤੇ ਨਾਲ ਹੀ ਨਾਲ ਉਹਨੀ ਇੱਕ ਕੰਡੀਸ਼ਨ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਬਾਹਰ ਤੇ ਜਾਣਾ ਜੀ, ਤੁਸੀਂ ਸਭ ਕੁਝ ਕਲਚਰ ਡਿਫਰੈਂਟ, ਸਭ ਕੁਝ ਡਿਫਰੈਂਟ, ਰਹਿਣ ਸਹਿਣ, ਵੈਲਿਊ ਸਭ ਕੁਝ ਡਿਫਰੈਂਟ ਉਹਨਾਂ ਦੀਆਂ ਜੀ, ਪਰ ਤੁਸੀਂ ਆਪਣਾ ਸਿੱਖੀ ਸਰੂਪ ਤੇ ਕੰਪਰੋਮਾਈਜ਼ ਨਹੀਂ ਕਰਨਾ ਜੀ। ਬਿਲਕੁਲ, ਇੱਕ ਬਹੁਤ ਵੱਡੀ ਵੈਲਿਊ ਸੀ ਜਿਹੜੀ ਕਿ ਅਸੀਂ ਅੱਜ ਪੂਰੀ ਕੌਮ ਇਸ ਚੀਜ਼ ਨੂੰ ਇੱਕ ਤਰ੍ਹਾਂ ਗਵਾ ਚੁੱਕੇ ਹਾਂ ਜੀ। ਜਿਹੜਾ ਸਾਨੂੰ ਸਿੱਖੀ ਸਰੂਪ ਇੱਕ ਇੰਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਐਡੇ ਬੜਾ ਫਲਸਫਾ, ਐਡੀ ਬੜੀ ਫਿਲਾਸਫੀ, ਐਡੇ ਬੜੇ ਗਿਆਨ ਦੇ ਵਿੱਚੋਂ ਨਿਕਲਿਆ ਹੋਵੇ ਜੀ, ਅਸੀਂ ਉਸਨੂੰ ਤਿਲਾਂਜਲੀ ਦੇ ਚੁੱਕੇ ਹਾਂ ਜੀ। ਅੱਧੀ ਨਾਲੋਂ ਜ਼ਿਆਦਾ ਕੌਮ ਇਸ ਚੀਜ਼ ਨੂੰ, ਇਸ ਬਾਰੇ ਸੋਚਦੀ ਵੀ ਨਹੀਂ ਹੈਗੀ ਜੀ। ਸੋ ਫਿਰ ਇੱਧਰ ਇਹਨਾਂ ਕੰਟਰੀ ਚ ਆਏ। ਮੇਨ ਉਹਨਾਂ ਦਾ ਸੀਗਾ ਜਿੱਦਾਂ USA ਪੜ੍ਹਾਈ ਵੀ ਕੀਤੀ। ਫਿਰ ਇਹ ਨਹੀਂ ਇਕੱਲੇ ਸਿੱਖੀ ਸਰੂਪ ਦੀ ਗੱਲ ਨਹੀਂ ਕੀਤੀ। ਜਦੋਂ ਇੱਥੇ UK ਦੇ ਵਿੱਚ ਆਕਸਫੋਰਡ ਤੋਂ ਉਹ ਆਪਣੀ ਪੜ੍ਹਾਈ ਕਰ ਰਹੇ ਸੀ, ਡਿਗਰੀ ਕਰ ਰਹੇ ਸੀ ਜੀ, ਆਕਸਫੋਰਡ ਕਿਸੇ ਨੇ ਉਹਨਾਂ ਨੂੰ ਚੈਲੰਜ ਕਰ ਦਿੱਤਾ ਕਿ ਇੱਥੇ ਆਕਸਫੋਰਡ ਦੇ ਵਿੱਚ ਤਾਂ ਤੁਸੀਂ ਪਗੜੀ ਬੰਨ੍ਹ ਕੇ ਪੜ੍ਹਾਈ ਕਰ ਰਹੇ ਹੋ, ਮਜ਼ਾ ਤਾਂ ਹੈ ਜੇ ਕੈਂਬਰਿਜ ਜਾ ਕੇ ਦੱਸੋ। ਕੈਂਬਰਿਜ ਤਾਂ ਤੁਹਾਨੂੰ ਨਹੀਂ ਵੜਨ ਵੀ ਨਹੀਂ ਦੇਣਾ। ਪਰ ਇਹਨਾਂ ਦੇਖੋ ਇੱਕ ਐਡੀ ਬੜੀ ਐਕੈਡੈਮਿਕ ਉਹਨਾਂ ਦੇ ਕੋਲ ਟੈਲੈਂਟ ਸੀਗਾ। ਉਹ ਕਹਿੰਦੇ ਇਸ ਤਰ੍ਹਾਂ ਟੈਲੈਂਟ ਦੇ ਨਾਲ ਨਾਲ ਜਿਹੜਾ ਸਿੱਖੀ ਦਾ ਜਿਹੜਾ ਉਹਨਾਂ ਦਾ ਫੇਥ, ਵਿਸ਼ਵਾਸ ਸੀ ਐਡਾ ਵੱਡਾ ਸੀ। ਉਹ ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ। ਉਹ ਆ ਕੇ ਫਿਰ ਉਹਨਾਂ ਨੂੰ ਕੈਂਬਰਿਜ ਦੇ ਯੂਨੀਵਰਸਿਟੀ ਦੇ ਵਿੱਚ ਆ ਕੇ ਉਹਨੇ ਜਿੰਨੇ ਵੀ ਉਹਨਾਂ ਦੇ ਲੀਡਰ ਉੱਪਰ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਸਾਰਾ ਕੁਝ ਦੱਸਿਆ ਕਿ ਸਿੱਖ ਵੈਲਿਊਜ਼ ਇੱਕ ਸਰੂਪ ਦੀ ਇਹ ਵੈਲਿਊ ਹੈ ਤੇ ਇਹ ਕੰਡੀਸ਼ਨ ਤੁਸੀਂ ਕਿਸ ਤਰ੍ਹਾਂ ਲਾ ਸਕਦੇ ਕਿ ਮੇਰਾ ਫੇਥ ਤਾਂ ਮੈਨੂੰ ਅਲਾਉ ਨਹੀਂ ਕਰਦਾ ਤੇ ਇਹਦਾ ਮਤਲਬ ਮੈਂ ਤੁਹਾਡੀ ਯੂਨੀਵਰਸਿਟੀ 'ਚ ਪੜ੍ਹਾਈ ਨਹੀਂ ਕਰ ਸਕਦਾ ਜੀ। ਉਹਨੇ ਦੇਖੋ ਜੀ ਉਹਨਾਂ ਦਾ ਜੋ ਵੀ ਉਹਨਾਂ ਨੂੰ ਕਨਵਿੰਸ ਕਰਕੇ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪਗੜੀ ਦੇ ਨਾਲ ਪਹਿਲਾ ਸਿੱਖ 'ਚ ਦਾਖਲਾ ਲੈ ਸਕਿਆ ਉਹ ਸੀਗੇ ਸੰਤ ਤੇਜਾ ਸਿੰਘ ਜੀ ਮਹਾਰਾਜ ਜੀ। ਫਿਰ ਨੈਕਸਟ ਸਟੈਪ ਸੀ ਇਹਨਾਂ ਦਾ ਕਿ ਵੈਸਟਰਨ ਕੰਟਰੀ ਦੇ ਵਿੱਚ ਆਪਣਾ ਗੁਰੂ ਘਰਾਂ ਦੀ ਸਥਾਪਨਾ ਕੀਤੀ ਜਾਵੇ। ਸਭ ਤੋਂ ਪਹਿਲਾਂ UK ਦੇ ਵਿੱਚ ਸ਼ੈਫਰਡ ਬੁਸ਼ ਜਿਹੜਾ ਗੁਰਦੁਆਰਾ ਸਾਹਿਬ ਉਹ ਸਥਾਪਿਤ ਕੀਤਾ, ਫਿਰ ਕੈਨੇਡਾ ਦੇ ਵਿੱਚ, ਫਿਰ ਆਪਣੇ ਅਮਰੀਕਾ ਦੇ ਵਿੱਚ ਜੀ। ਸੋ ਬਿਲਕੁਲ ਸਿੱਖ ਵੈਲਿਊਜ਼ ਉੱਤੇ ਪਹਿਰਾ ਦੇ ਕੇ ਤਿੰਨਾਂ ਕੰਟਰੀ ਦੇ ਵਿੱਚ ਆਪਣੇ ਜਿੰਨੇ ਵੀ ਸਿੱਖ ਇੱਥੇ ਆਏ ਹੋਏ ਸੀ ਉਹਨਾਂ ਦੀ ਬਿਲਕੁਲ ਪਿੱਠ ਠੋਕੀ ਤੇ ਉਹਨਾਂ ਦਾ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਜੋ ਉਹਨਾਂ ਦੇ ਹੱਕ ਲੈ ਕੇ ਦਿੱਤੇ, ਲੜਾਈਆਂ ਲੜੀਆਂ। ਸੋ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਇਹ ਵੈਸਟਰਨ ਵਰਲਡ ਦੇ ਵਿੱਚ ਜੀ। ਹਾਂਜੀ ਜੀ, ਬਿਲਕੁਲ ਜੀ। ਤੇ ਅਟਵਾਲ ਜੀ ਸਾਡੇ ਕੋਲ ਹੁਣ ਇੱਕ ਵੀਡੀਓ ਵੀ ਹੈ ਜਿਹਦੇ ਵਿੱਚ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਇੰਡੀਆ ਦੇ ਡਾਕਟਰ ਦਵਿੰਦਰ ਸਿੰਘ ਜੀ, ਮਤਲਬ ਅਸੀਂ ਜੇ ਉਹਨਾਂ ਦੀ ਸਪੀਚ ਆਪਾਂ ਹੁਣ ਸੁਣੀਏ ਤਾਂ ਮੈਨੂੰ ਲੱਗਦਾ ਕਿ ਉਹ ਸਪੀਚ ਸੁਣਨ ਤੋਂ ਬਾਅਦ ਸਾਡੇ ਸਾਰਿਆਂ ਦੀ ਹੀ, ਸਾਡੀ ਤੇ ਸਾਡੇ ਦਰਸ਼ਕਾਂ ਦੀ ਵੀ ਜੋ ਮਨੋਦਸ਼ਾ ਆ ਉਹ ਜ਼ਰੂਰ ਬਦਲੇਗੀ। ਸੋ ਆਓ ਹੁਣ ਇਹ ਢੁਕਵਾਂ ਸਮਾਂ ਹੋ ਗਿਆ ਕਿ ਅਸੀਂ ਉਹਨਾਂ ਦੀ ਹੁਣ ਉਹ ਜਿਹੜੀ ਰੂਹਾਨੀ ਜੋ ਸਪੀਚ ਹੈ ਉਹ ਅਸੀਂ ਜ਼ਰੂਰ ਸੁਣੀਏ। ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦਾ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਕਿ ਜੋ ਸਾਡਾ ਬੇਸਿਕ ਕਨਸੈਪਟ ਹੈ ਐਜੂਕੇਸ਼ਨ ਦਾ, ਦੁਨਿਆਵੀ ਤੇ ਅਧਿਆਤਮਕ ਵਿਦਿਆ ਦਾ ਸੁਮੇਲ, he reached the pinnacle of this concept. ਸਾਧ ਸੰਗਤ ਜੀ, ਜੇ ਅਸੀਂ ਸੰਤ ਤੇਜਾ ਸਿੰਘ ਮਹਾਰਾਜ ਦੇ ਜੀਵਨ ਵੱਲ ਦੇਖੀਏ, ਸੰਖੇਪ ਵਿੱਚ ਤੁਹਾਨੂੰ ਬੱਚੀ ਨੇ ਅਜੇ ਉਹਨਾਂ ਦਾ ਜੀਵਨ ਨਾਲ ਦਰਸ਼ਨ ਕਰਵਾ ਦਿੱਤੇ ਹਨ। ਦਾਸ ਕੁਝ ਚੋਣਵੀਆਂ ਸਾਖੀਆਂ ਉਹਨਾਂ ਦੇ ਜੀਵਨ ਤੋਂ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ
ਜੋ ਅਸੀਂ ਮੈਸੇਜ ਲੈ ਕੇ ਅੱਜ ਉਠੀਏ ਕਿ ਸਾਨੂੰ ਵਿਰਸੇ ਵਿੱਚ ਕੀ ਮਿਲਿਆ ਹੈ, ਕਿਸ ਮਹਾਪੁਰਸ਼ ਦੇ ਬਸਾਈ ਹੋਈ ਨਗਰੀ ਵਿੱਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਕੀ ਫਰਜ਼ ਹਨ। ਪਹਿਲੀ ਗੱਲ ਤੇ ਅਸੀਂ ਇਹ ਸਮਝ ਲਈਏ ਕਿ ਸੰਤ ਜੀ ਮਹਾਰਾਜ ਦਾ ਜੋ ਦੁਨਿਆਵੀ ਇੰਟੈਲੈਕਟ ਸੀ, ਇਟ ਵਾਜ਼ ਆਫ ਐਨ ਐਬਸੋਲਿਊਟ ਸੁਪਰੀਮ ਡਿਗਰੀ। 10ਵੀਂ ਕਲਾਸ ਤੋਂ ਲੈ ਕੇ MA ਦੀ ਡਿਗਰੀ ਤੱਕ ਆਪ ਜੀ ਹਮੇਸ਼ਾ ਫਸਟ ਆਏ ਪੰਜਾਬ ਯੂਨੀਵਰਸਿਟੀ ਵਿੱਚ। ਉਹ ਛੋਟੀ ਜੀ ਪੰਜਾਬ ਯੂਨੀਵਰਸਿਟੀ ਜੋ ਹੁਣ ਹੈ ਉਹ ਨਹੀਂ, ਸਨ 1900 ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਡਡ ਫਰੋਮ ਬਲੋਚਿਸਤਾਨ in Pakistan till Delhi, इतना ਵੱਡਾ geographical area। The university was located at Lahore। ਉਸ ਵਿੱਚ ਮਾਸਟਰ ਦੀ ਡਿਗਰੀ ਵਿੱਚ ਆਪ ਜੀ ਫਸਟ ਆਏ ਸੀ, ਇਤਨਾ ਆਪ ਜੀ ਦਾ ਇੰਟੈਲੈਕਟ ਸੀ। In 1902 he cleared the civil services examination, ਜੋ IAS ਦਾ ਇਮਤਿਹਾਨ ਅਸੀਂ ਅੱਜ ਲੱਭਦੇ ਹਾਂ। ਜੇ ਕੋਈ ਕਲੀਅਰ ਕਰ ਲੈਂਦਾ ਤਾਂ ਪੂਰਾ ਸ਼ਹਿਰ ਉਸ ਨੂੰ ਵਾਹ ਵਾਹ ਕਹਿੰਦਾ ਹੈ। ਆਪ ਜੀ ਨੇ ਉਹ ਇਮਤਿਹਾਨ 1902 ਵਿੱਚ ਬ੍ਰਿਟਿਸ਼ ਸਿਵਲ ਸਰਵਿਸ ਦਾ ਇਮਤਿਹਾਨ ਦੇ ਦਿੱਤਾ ਸੀ ਤੇ ਨੌਕਰੀ ਜੁਆਇਨ ਕਰਨ ਤੋਂ ਬਾਅਦ ਤੁਰੰਤ 2 ਸਾਲ ਬਾਅਦ ਅਸਤੀਫਾ ਵੀ ਦੇ ਦਿੱਤਾ ਕਿ ਮੇਰੇ ਜੀਵਨ ਦਾ ਉਦੇਸ਼ ਇਹ ਨਹੀਂ ਹੈ। ਸੋ ਅਸੀਂ ਇਹ ਪਹਿਲਾ ਮੈਸੇਜ ਇਹ ਲੈ ਕੇ ਜਾਈਏ ਕਿ ਜੀਵਨ ਦਾ ਸਾਡਾ ਆਬਜੈਕਟਿਵ ਵਰਲਡਲੀ ਐਜੂਕੇਸ਼ਨ ਲੈ ਕੇ ਉੱਚੇ ਅਹੁਦੇ ਗ੍ਰਹਿਣ ਕਰਨਾ ਨਹੀਂ ਹੈ। ਇਹ ਪਹਿਲਾ ਮੈਸੇਜ ਅਸੀਂ ਲੈਂਦੇ ਹਾਂ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਜੀਵਨ ਚੋਂ। ਜਦ ਸੰਤ ਜੀ ਮਹਾਰਾਜ ਸੰਤ ਅਤਰ ਸਿੰਘ ਮਹਾਰਾਜ ਜੀ ਦੀ ਸੇਵਾ ਵਿੱਚ ਆਏ ਤੇ ਆਪ ਜੀ ਦਾ ਜੋ ਪਹਿਲਾ ਟੈਸਟ ਸੀ, ਸੰਤਾਂ ਨੇ ਕਿਹਾ ਕਿ ਭਾਈ ਜੇ ਸੇਵਾ ਕਰਨੀ ਹੈ ਤੇ ਜਿਸ ਬਾਰੇ ਤੁਹਾਡੇ ਮਨ ਵਿੱਚ ਦੁਵੈਤ ਹੈ, ਦੁਵਿਧਾ ਹੈ, ਮਨ ਵਿੱਚ ਘਿਰਣਾ ਹੈ, ਉਸ ਤੋਂ ਜਾਓ ਤੇ ਉੱਥੋਂ ਮਾਫੀ ਮੰਗ ਕੇ ਲੈ ਕੇ ਆਓ। ਸੰਤ ਜੀ ਦੀ ਇੱਕ ਸੌਤੇਲੀ ਮਾਤਾ ਸੀ ਜਿਹੜੀ ਕਿ ਇਹਨਾਂ ਦੇ ਨਾਲ ਤੇ ਇਹਨਾਂ ਦੀ ਅਸਲੀ ਮਾਤਾ ਦੇ ਨਾਲ ਨਫ਼ਰਤ ਕਰਦੀ ਸੀ ਬਹੁਤ। ਉਹ ਇਤਨੀ ਨਫ਼ਰਤ ਕਰਦੀ ਸੀ ਕਿ ਇਹਨਾਂ ਦੀ ਅਸਲੀ ਮਾਤਾ ਨੂੰ ਉਹਨਾਂ ਨੇ ਨੌਕਰਾਨੀ ਬਣਾ ਕੇ ਘਰ 'ਚ ਰੱਖਿਆ ਸੀ ਤੇ ਉਸ ਤੋਂ ਬਾਅਦ ਘਰੋਂ ਵੀ ਬਾਹਰ ਕੱਢ ਦਿੱਤਾ। ਤੇ ਸੰਤ ਜੀ ਮਹਾਰਾਜ ਇੱਕ ਅਮੀਰ ਪਿਤਾ ਦੇ ਪੁੱਤਰ ਸੀ ਤੇ ਇਤਨੀ ਦੁਰਦਸ਼ਾ ਹੋ ਗਈ ਕਿ ਫੀਸ ਭਰਨ ਜੋਗੇ ਵੀ MA ਦੇ ਪੈਸੇ ਨਹੀਂ ਸੀ ਨਾ ਕੋਲ। ਸੋ ਅਸੀਂ ਸੋਚ ਸਕਦੇ ਹਾਂ ਕਿ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਮਨ ਵਿੱਚ ਆਪਣੀ ਮਾਤਾ ਬਾਰੇ ਕਿਹੋ ਜਿਹੇ ਖਿਆਲ ਹੋਣਗੇ। ਪਰ ਸੰਤ ਅਤਰ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਆਪ ਜੀ ਲਾਹੌਰ ਤੋਂ ਗੁਜਰਾਵਾਲਾ ਗਏ ਤੇ ਮਾਤਾ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ ਤੇ ਹੱਥ ਬੰਨ੍ਹ ਕੇ ਮਾਫੀ ਮੰਗੀ। ਇਹ ਦੂਸਰਾ ਨੁਸਖਾ ਅਸੀਂ ਲੈਣਾ ਸੰਤ ਜੀ ਦੇ ਜੀਵਨ ਤੋਂ ਕਿ ਅਸੀਂ ਮਨ ਵਿੱਚ ਕਿਸੇ ਦੇ ਪ੍ਰਤੀ ਬੁਰੇ ਵਿਚਾਰ ਨਹੀਂ ਰੱਖਣੇ, ਘਿਰਣਾ ਨਹੀਂ ਰੱਖਣੀ। ਇਹ ਅਸੀਂ ਮੈਸੇਜ ਲੈ ਕੇ ਜਾਣਾ ਹੈ। ਨਹੀਂ ਤੇ ਸੰਤਾਂ ਦਾ ਜੀਵਨ ਮਨਾਉਣ ਦਾ ਸਾਡਾ ਵਿਸ਼ੇਸ਼ ਉਦੇਸ਼ ਨਹੀਂ ਰਹਿੰਦਾ ਜੇ ਅਸੀਂ ਇਹ ਸਿੱਖਿਆ ਨਾ ਲੈ ਕੇ ਜਾਈਏ। ਤੀਸਰੀ ਚੀਜ਼ ਹੁਣੇ ਜਸਕਰਨ ਦੱਸ ਰਹੀ ਸੀ ਕਿ ਸੰਤ ਜੀ ਮਹਾਰਾਜ ਬਾਹਰ ਗਏ ਵਿਦਿਆ ਲੈਣ ਵਾਸਤੇ। ਜਦ ਆਪ ਜੀ ਆਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸੀ ਤੇ ਕਿਸੇ ਨੇ ਵਿਦਿਆਰਥੀ ਨੇ ਮੇਣਾ ਮਾਰਿਆ ਕਿ ਇੱਥੇ ਤੇ ਤੂੰ ਦਸਤਾਰ ਬਣ ਕੇ ਪੜ੍ਹਾਈ ਕਰ ਰਿਹਾ ਹੈ, ਕੈਂਬਰਿਜ ਯੂਨੀਵਰਸਿਟੀ ਜਾ ਕੇ ਦੱਸ, ਉੱਥੇ ਦੇਖਦੇ ਹਾਂ ਕਿ ਤੂੰ ਦਸਤਾਰ ਬਣ ਕੇ ਦਾਖਲਾ ਲੈ ਪਾਏਂਗਾ ਕਿ ਨਹੀਂ। ਸੰਤ ਜੀ ਮਹਾਰਾਜ ਨੇ, ਜੋ ਕਿ ਸੰਤ ਅਤਰ ਸਿੰਘ ਜੀ ਦਾ ਮਹਾਰਾਜ ਜੀ ਦਾ ਹੁਕਮ ਲੈ ਕੇ ਗਏ ਸੀ ਕਿ ਸਾਬਤ ਸੂਰਤ ਰਹਿਣਾ ਹੈ, ਆਕਸਫੋਰਡ ਯੂਨੀਵਰਸਿਟੀ ਛੋੜ ਕੇ ਪੜ੍ਹਾਈ ਉੱਥੇ ਹੀ ਛੋੜ ਕੇ ਕੈਂਬਰਿਜ ਯੂਨੀਵਰਸਿਟੀ ਚਲੇ ਗਏ ਤੇ ਉੱਥੇ ਜਾ ਕੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਮਿਲੇ ਤੇ ਜਾ ਕੇ ਆਪਣੀ ਦਲੀਲ ਦਿੱਤੀ ਕਿ ਸਿੱਖ ਧਰਮ ਇਸ ਤਰ੍ਹਾਂ ਦਾ ਧਰਮ ਹੈ। ਤੇ ਇਹਨਾਂ ਦੀ ਜੋ ਦਲੀਲ ਸੀ, ਜੋ ਇਹਨਾਂ ਦਾ ਐਕਸਪਲੇਨੇਸ਼ਨ ਸੀ, ਜੋ ਡਿਸਕਸ਼ਨ ਸੀ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨਾਲ, ਇਤਨੀ ਉਹ ਲਿਊਸਿਡ ਸੀ, ਇਤਨੀ ਕਲੀਅਰ ਸੀ। ਅਸੀਂ ਸੋਚ ਸਮਝਦੇ ਹਾਂ ਇਹ ਗੱਲ 1905-6 ਦੀ ਹੋ ਰਹੀ ਹੈ, ਜਿਸ ਵੇਲੇ ਜੋ ਵੀ ਸਿੰਘ ਬਾਹਰ ਜਾਂਦੇ ਸੀਗੇ ਕੇਸ ਕਤਲ ਕਰ ਲੈਂਦੇ ਸੀ। ਯੂਨੀਵਰਸਿਟੀ ਵਿੱਚ ਸਿੱਖਾਂ ਦੇ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ ਤੇ ਸੰਤ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਉਹਨਾਂ ਦਾ ਇੰਟੈਲੈਕਟ, ਪਰਸਨੈਲਿਟੀ ਇਤਨੀ ਉੱਚੀ ਸੁੱਚੀ ਸੀ
कि वो जरा प्रेजिडेंट सी यूनिवर्सिटी का इतना प्रभावित होया तो उसने इन्हों दाखला दे दिता कैंब्रिज यूनिवर्सिटी में, तो आग्ञा भी दे दी कि तुसी दस्तार सजा के बड़े शौक नाल डिग्री लो। प्यारे बच्चों, असी बाहर जाने वास्ते, एबरॉड जाने वास्ते इतने इच्छुक हो जाते हैं कि असी मिनट नहीं लाते केस कतल करने वास्ते। संत अतर सिंह महाराज जी का पावन हुक्म सी कि एक साबत सूरत रहना है। वो हुक्म मनिया तो इतनी बख्शिश हो गई, इतनी बख्शिश हो गई कि आप जी ने कैंब्रिज यूनिवर्सिटी विच दस्तार इंट्रोड्यूस करवा दी। ये असी तीसरा सबक लैके जाना है कि भावें कुछ हो जाए, असी भाई तारू सिंह का जो विरसा है खोपड़ी उतरवा देंगे, असी केस कतल नहीं करवाने। ये असी अज प्रण करना है, तां ही सानू मुबारक है संत तेजा सिंह महाराज जी का यह पावन दिहाड़ा मनाउण। आप जी इस तो बाद कोलंबिया यूनिवर्सिटी गए। हुणे बच्ची दस रही सी कि जिसका दिल लैक्चर करन नूं करे और ना करे, ये बचन सी संत अतर सिंह महाराज जी दे। जे लैक्चर करन नूं दिल कर रहा तो नहीं करना, ते जे संगत का हुक्म है तो हाथ बन के बेनती कर देनी। आप जी ने कोलंबिया यूनिवर्सिटी विच दाखला लिया सी, BEd का कोर्स कर रहे सी, बैचलर ऑफ एजुकेशन। एक दिन जरा इंग्लिश का प्रोफैसर सी किपलिंग, उस नाल उसकी क्लास चल रही सी। किपलिंग के प्रोफैसर ने कहा कि किपलिंग वॉज द ग्रेटेस्ट ह्यूमर राइटर। ह्यूमर उसके राइटिंग्स विच ह्यूमर बहुत सी, हास्य रस बहुत सी। संत तेजा सिंह महाराज जी ने कहा बड़ी नम्रता नाल, प्रेम नाल, कि जड़ा असली ह्यूमर है, असली हास्य रस है, वो है जिस विच मन विच खेड़ा आ जाए तो सदा मन खिड़िया रहे। इशारा सी कि असली खुशी गुरबाणी विच ही है। किपलिंग केवल शब्दां दा हेर फेर करता है, लोग मोमेंटरीली हस देंदे हन, असली ह्यूमर नहीं है। ये दलील सुन के प्रोफैसर ने अपनी दलील पेश की बच्चों आगे। डिबेट शुरू हो गया क्लास विच। इवेंचुअली सारे बच्चे जो क्लास दे सीगे उन्हां दा ये सहमति हो गई कि तेजा सिंह जी महाराज ठीक कह रहे हैं, तेजा सिंह ठीक कह रहे हैं। असी कन्विंस नहीं होए कि किपलिंग विच ह्यूमर है। जस्ट इमेजिन द इंटेलैक्ट ऑफ दिस मैन, कितनी इन्हां दी मत उच्ची सी, कितनी सूक्ष्म बुद्धि सी कि इंग्लिश दे प्रोफैसर नूं कन्विंस कर दिता कि किपलिंग दी राइटिंग्स विच ह्यूमर नहीं है। क्लास तो उपरंत प्रोफैसर ने इन्होंने बुलाया तो क्या भी तेजा सिंह तू बड़ा सीरियस उसका मिजाज का बंदा है, तो मैं चाहांगा कि असी यूनिवर्सिटी विच हर शुक्रवार नूं शाम नूं एक पब्लिक गैदरिंग करते हैं, जिस विच असी डिस्टिंग्विश्ड लोगों को बुलाते हैं और लोग वो बच्चों को एड्रैस करते हैं। सारा शहर उत्थे आके इकट्ठा होता है। बाय द वे, इफ यू आर नॉट अवेयर, जी कोलंबिया यूनिवर्सिटी है, ये जरा सब तो डेंस इलाका न्यूयॉर्क का है, मैनहट्टन, उत्थे लोकेटेड है। अजे भी जिथे जाइए तो जिस जगह ते संत तेजा सिंह महाराज जी ने वो लैक्चर दिते सी, वो जगह देखने को मिलती है। बहुत ही मन में वैराग आता है, बहुत खुशी होती है। तो प्रोफैसर ने कहा मैं अखबार में कर दाँगा कि तेजा सिंह प्रोफैसर आया है इंडिया तो, उसके लैक्चर हैं तो तुसी आके लैक्चर दो इंडिया की प्रेजेंट हालात के उपर। तो तेजा सिंह महाराज ने कहा जी जो इंडिया का जो मैसेज है वो तो बेसिकली गुरु नानक साहब की टीचिंग ही है, तो दास उसते ही बोलेगा। तो फिर प्रोफैसर ने कहा तनों मैं तुसी 2 बारी लैक्चर दो, एक फ्राइडे फिर अगले फ्राइडे, तो एक विच तुसी गुरु नानक साहब की टीचिंग बारे दसो, दूसरे विच हिंदुस्तान के मौजूदा हालत बारे दसो। तो साध संगत जी उस समय 1906-07 की गल है या 1908 की, जब संत तेजा सिंह महाराज जी लैक्चर दे रहे सी
Central Square of Columbia University, a distinguished place to deliver lectures, 10,000 ਦੀ ਗਿਣਤੀ ਵਿੱਚ ਅਮਰੀਕਨ ਸਿਟੀਜ਼ਨਸ, ਨਿਊਯਾਰਕ ਸਿਟੀਜ਼ਨ, ਉਹਨਾਂ ਨੇ ਆ ਕੇ ਉਹ ਲੈਕਚਰ ਸੁਣਿਆ। ਇਹ ਕਮਾਈ ਹੁੰਦੀ ਹੈ ਜੇ ਅਸੀਂ ਸੰਤਾਂ ਦੇ ਬਚਨ ਮੰਨਦੇ ਹਾਂ। ਜੇ ਲੈਕਚਰ ਦੇਣ ਦਾ ਦਿਲ ਕਰੇ ਤੇ ਨਹੀਂ ਦੇਣਾ, ਤੇ ਜੇ ਲੈਕਚਰ ਸੰਗਤ ਆਪ ਜੀ ਨੂੰ ਆਗ੍ਰਹਿ ਕਰੇ, ਬੇਨਤੀ ਕਰੇ, ਹੁਕਮ ਕਰੇ, ਤਾਂ ਹੀ ਲੈਕਚਰ ਦੇਣਾ ਹੈ। ਹਉਮੈ ਕੰਟਰੋਲ 'ਚ ਰਹਿੰਦੀ ਹੈ, ਆਦਮੀ ਦੀ ਹਉਮੈ ਕਾਬੂ ਵਿੱਚ ਰਹਿੰਦੀ ਹੈ। ਇਹ ਪਿਆਰੇ ਬੱਚੋ ਚੌਥਾ ਮੈਸੇਜ ਅਸੀਂ ਲੈ ਕੇ ਜਾਣਾ ਹੈ। ਦਾਸ ਨੇ ਕਾਫੀ ਸਮਾਂ ਲੈ ਲਿਆ ਹੈ। ਇੱਕ ਸਿਰਫ ਹੋਰ ਮੈਂ ਜੋ ਕੁਆਲਿਟੀ ਸੰਤਾਂ ਦੀ ਸੀ ਜਿਸ ਨੇ ਦਾਸ ਨੂੰ ਬਹੁਤ ਹੀ ਮੂਵ ਕੀਤਾ ਹੈ, ਅਤ ਦੀ ਗਰੀਬੀ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਮਨ ਨੀਵਾਂ ਮਤ ਉੱਚੀ। ਇਸ ਚੀਜ਼ ਦੀ ਬਿਲਕੁਲ ਜਿਉਂਦੀ ਮੂਰਤ ਸੰਤ ਤੇਜਾ ਸਿੰਘ ਮਹਾਰਾਜ ਜੀ ਸੀ। ਇੰਟੈਲੈਕਟ ਇਤਨਾ ਕਿ ਜੇ ਉਹ ਸਰਵਿਸ ਵਿੱਚ ਰਹਿੰਦੇ ਤੇ ਹੀ ਹੈਡ ਦ ਕ੍ਰੈਡੈਂਸ਼ੀਅਲਸ ਟੂ ਬਿਕਮ द फर्स्ट गवर्नर जनरल ऑफ फ्री इंडिया। इतनी लियाकत सी, इतनी शख्सियत सी, और गरीबी इतनी। तकरीबन 1962-64 की गल है, बारिश का महीना सी, सावन का। संत जी महाराज चीमे की सड़कों से चीमे गए सी, पिंड में सेवा करा रहे थे जन्म स्थान के गुरुद्वारा साहब का। ਸੰਤ ਜੀ ਮਹਾਰਾਜ ਚੱਲ ਰਹੇ ਸੀ, ਸਾਰੀ ਗਲੀਆਂ ਭਰੀਆਂ ਹੋਈਆਂ ਸੀ ਕਿੱਚੜ ਨਾਲ। ਆਪ ਜੀ ਦਾ ਵੀ ਸਾਰਾ ਪੂਰਾ ਚੋਲਾ ਕਿੱਚੜ ਨਾਲ ਭਰਿਆ ਹੋਇਆ ਸੀ। ਜੋੜੇ ਵੀ ਇਸ ਵਿੱਚ ਹੀ ਫਸ ਗਏ ਸੀ ਕਿੱਚੜ ਦੇ, ਨੰਗੇ ਪੈਰ ਤੁਰੇ ਜਾ ਰਹੇ ਸੀਗੇ। ਅਚਾਨਕ ਆਪ ਜੀ ਨੂੰ ਇੱਕ ਸ਼ਰਾਬੀ ਮਿਲ ਗਿਆ ਤੇ ਕਹਿਣ ਲੱਗਾ, ਤੇਜਾ ਸਿੰਘਾ, ਸਾਰਾ ਦਿਨ ਇੱਧਰ ਘੁੰਮਦਾ ਰਹਿੰਦਾ ਹੈਗਾ, ਲੰਗਰ ਪ੍ਰਸ਼ਾਦੇ ਛਕਦਾ ਰਹਿੰਦਾ, ਕੋਈ ਕੰਮ ਕਾਜ ਨਹੀਂ ਕਰਦਾ, ਕੰਮ ਕਰਿਆ ਕਰ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਹੱਥ ਮੰਨ ਕੇ ਕਿਹਾ ਕਿ ਭਾਈ ਬੜੀ ਕਿਰਪਾ ਕੀਤੀ, ਦੱਸ ਦਿੱਤਾ, ਅੱਗੇ ਤੋਂ ਹੋਰ ਕੋਸ਼ਿਸ਼ ਕਰਾਂਗੇ ਸੇਵਾ ਕਰਨ ਦੀ। ਸੋ ਪਿਆਰੇ ਬੱਚੋ, ਇਹ ਅਸੀਂ ਮੈਸੇਜ ਲੈ ਕੇ ਜਾਣਾ ਹੈ ਕਿ ਗਰੀਬੀ ਲੈ ਕੇ ਆਉਣੀ ਹੈ, ਹਿਊਮਿਲਿਟੀ ਲੈ ਕੇ ਆਉਣੀ ਹੈ, ਕੰਪੈਸ਼ਨ ਲੈ ਕੇ ਆਉਣੀ ਹੈ, ਦਇਆ ਲੈ ਕੇ ਆਉਣੀ ਹੈ ਮਨ ਵਿੱਚ। ਤਾਂ ਹੀ ਸਾਡਾ ਇਹ ਸੰਤਾਂ ਦਾ ਜੋ ਦਿਹਾੜਾ ਅਸੀਂ ਮਨਾਇਆ ਸਫਲਾ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਉਸ ਅੰਦਰ ਜਜ਼ਬੇ ਦੀ ਸੀਮਾ ਕੀ ਹੋਊ, ਉਸ ਅੰਦਰ ਜਜ਼ਬੇ ਦੀ ਸੀਮਾ ਕੀ ਹੋਊ, ਜੋ ਅੜਿਆ ਅਸੂਲਾਂ ਤੇ ਘਿਰਿਆ ਵਿੱਚ ਗਹਿਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਇਹ ਸਾਦੇ ਲਿਬਾਸਾਂ 'ਚ ਕੌਣ ਨੇ ਫਕਰ, ਇਹ ਸਾਦੇ ਲਿਬਾਸਾਂ 'ਚ ਕੌਣ ਨੇ ਫਕਰ, ਜਿਨ੍ਹਾਂ ਨੇ ਗਿਆਨ ਦੀਆਂ ਵੰਡੀਆਂ ਨੇ ਖੈਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਜੋ ਚੱਲੇ ਅਸੂਲਾਂ ਦੀਆਂ ਸੂਲਾਂ ਦੇ ਉੱਤੇ, ਜੋ ਚੱਲੇ ਅਸੂਲਾਂ ਦੀਆਂ ਸੂਲਾਂ ਦੇ ਉੱਤੇ, ਜੀ ਕਰਦਾ ਉਹਨਾਂ ਲਈ ਥੋੜਾ ਤਾਂ ਠਹਿਰਾਂ। ਕਈ ਰਾਹਾਂ ਮੈਂ ਵੇਖਾਂ ਜੋ ਲੱਗਣ ਰੂਹਾਨੀ, ਰੂਹਾਨੀ ਰਾਹਾਂ 'ਚ ਸੁਨਹਿਰੀ ਨੇ ਪੈੜਾ। ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਸਾਰੇ ਹੀ ਦਰਸ਼ਕਾਂ ਦਾ ਸੰਗਤ ਟੀਵੀ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ। ਦੋਸਤੋ, ਅਸੀਂ ਦੇਖਿਆ ਕਿ ਡਾਕਟਰ ਸਾਹਿਬ ਨੇ ਸਾਨੂੰ ਸੰਤ ਬਾਬਾ ਤੇਜਾ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਕਿੰਨੀਆਂ ਵੱਡਮੁੱਲੀਆਂ ਜੋ ਚੀਜ਼ਾਂ ਹੈ ਸਾਨੂੰ ਦੱਸੀਆਂ, ਉਹ ਘਟਨਾਕ੍ਰਮ ਦੱਸੇ ਜਿਹੜੇ ਕਿ ਸਾਡੇ ਲਈ, ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਸਾਰੇ ਸਮਾਜ ਦੇ ਲਈ ਇੱਕ ਚਾਨਣ ਮੁਨਾਰੇ ਹਨ, ਇੱਕ ਬੈਂਚਮਾਰਕ ਹਨ। ਤੇ ਬਾਬਾ ਜੀ ਦੇ ਜਦੋਂ ਅਸੀਂ ਜੀਵਨ ਨੂੰ ਪੜ੍ਹਦੇ ਹਾਂ ਤਾਂ ਸਾਡਾ ਸਤਿਕਾਰ ਦੇ ਨਾਲ ਸਿਰ ਝੁਕਦਾ, ਅਟਵਾਲ ਜੀ, ਮਨ ਸ਼ਰਧਾ ਤੇ ਸਤਿਕਾਰ ਦੇ ਨਾਲ ਭਰ ਜਾਂਦਾ। ਕੀ ਕਹਿਣਾ ਚਾਹੋਗੇ ਤੁਸੀਂ ਇਸ ਸਪੀਚ ਦੇ ਬਾਬਤ ਵੀ ਕੀ ਕਹਿਣਾ ਚਾਹੋਗੇ? ਦੇਖੋ, ਸਪੀਚ ਦੇ ਵਿੱਚ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਇਸ ਵੇਲੇ ਸਾਰੇ 129 ਸਕੂਲਾਂ ਦੀ ਲੁੱਕ ਆਫਟਰ ਕਰ ਰਹੇ ਨੇ, ਸਾਰਾ ਐਕੈਡੈਮਿਕ ਤੇ ਜੋ ਉਹਨਾਂ ਦਾ ਕਰਿਕੂਲਮ ਹੈ ਉਹ ਓਵਰਸੀ ਕਰ ਰਹੇ ਨੇ, ਨਾਲ ਉਹਨਾਂ ਦੇ ਮਿਸਿਸ ਡਾਕਟਰ ਨੀਲਮ ਕੌਰ ਨੇ। ਸੋ ਬਾਬਾ ਜੀ ਦੀ ਡਿਵਾਈਨ ਗਾਈਡੈਂਸ ਦੇ ਅੰਡਰ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਜੀ। ਸੋ ਉਹਨਾਂ ਦੇ ਵਿੱਚ ਇੱਕ ਵੈਲਿਊ ਨਹੀਂ ਜਿਹੜੀ ਦੱਸੀ ਹੈ ਉਹ ਇਹ ਹੈ ਕਿ ਜੇ ਤੁਹਾਡਾ ਕੈਮਰੇ ਮੋਹਰੇ ਜਾਂ ਮਾਈਕ ਮੋਹਰੇ ਆਉਣ ਨੂੰ ਦਿਲ ਕਰਦਾ ਜੀ ਤੇ ਤੁਸੀਂ ਨਾ ਜਾਓ, ਫਿਰ ਨਹੀਂ ਜਾਣਾ, ਨਹੀਂ ਜਾਣਾ।
ਜੀ ਫਿਰ ਉਹ ਪ੍ਰੋਬਲਮ ਅੱਜ ਸਭ ਤੋਂ ਵੱਡੀ ਪ੍ਰੋਬਲਮ ਉਹ ਹੀ ਹੈ ਕਿ ਜਿਹੜੇ ਹਮੇਸ਼ਾ ਚਾਹੁੰਦੇ ਨੇ ਕਿ ਮੇਰੀ ਬਸ ਟੀਵੀ ਤੇ ਮੇਰਾ ਆਈ ਜਾਵੇ, ਮੇਰਾ ਮਾਈਕ ਸਟੇਜਾਂ ਤੇ ਮੈਨੂੰ ਮਿਲ ਜਾਣ ਜੀ, ਉਹਨਾਂ ਦੇ ਅੰਦਰ ਇੱਕ ਬਹੁਤ ਵੱਡੀ ਲਾਲਸਾ ਹੈ ਕਿ ਉਹਨਾਂ ਕੋਲ ਸੱਚ ਹੈ ਨਹੀਂ। ਹਾਂਜੀ ਜਦੋਂ ਕਹਿੰਦੇ ਵੀ ਸੰਗਤ ਦੇ ਵਿੱਚੋਂ ਤੁਹਾਨੂੰ ਕੋਈ ਕਹਿੰਦਾ ਕਿ ਤੁਸੀਂ ਆਪਣੇ ਵਿਚਾਰ ਪੇਸ਼ ਕਰੋ, ਜੀ ਸੰਗਤ ਦੇ ਵਿੱਚੋਂ ਅਚਾਨਕ ਹੀ ਤੁਹਾਨੂੰ ਉੱਠ ਕੇ ਤੁਸੀਂ ਕਹੋ ਕਿ ਹਾਂ ਵੀ ਤੁਸੀਂ 5 ਮਿੰਟ ਬੋਲੋ ਅੱਜ, ਜੀ ਉਹ ਸੱਚ ਤੋਂ ਸਿਵਾ ਕੁਝ ਬੋਲ ਹੀ ਨਹੀਂ ਸਕਦਾ। ਜੀ ਉਹ ਬੋਲੇਗਾ ਸੱਚ ਕਿਉਂਕਿ ਉਹਦੇ ਅੰਦਰੋਂ ਆਵਾਜ਼ ਆ ਰਹੀ ਹੈ। ਉਹ ਜਿਹੜੀਆਂ ਤਿਆਰੀਆਂ ਕਰਕੇ ਸਟੇਜਾਂ ਕੁਰਸੀਆਂ ਮੱਲਣ ਦੀਆਂ ਤਿਆਰੀਆਂ ਕਰਕੇ ਜੇ ਉਹ ਝੂਠ ਦੇ ਪਲੰਦੇ ਹੀ ਨਹੀਂ ਜਾ ਰਿਹਾ। ਜੀ ਜੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ, ਅੱਜ ਸਮਾਜ ਨੂੰ ਬਦਲਣ ਦੀ ਲੋੜ ਹੈ। ਹਾਂਜੀ, ਕਿ ਅਸੀਂ ਇਸ ਤਰ੍ਹਾਂ ਦੇ ਸਿੱਖ ਵੈਲਿਊਜ਼ ਜਿਹੜੀਆਂ ਆਪਣੇ ਸਟੂਡੈਂਟਸ ਦੇ ਵਿੱਚ ਕਰੀਏ ਜੀ, ਤਾਂ ਕਿ ਕਿਉਂਕਿ ਸਾਡਾ ਰੀਬੂਟ ਪੰਜਾਬ ਦਾ ਸਾਰਾ ਇਸ ਪ੍ਰੋਗਰਾਮ ਦਾ ਮਿਸ਼ਨ ਹੀ ਇਹੋ ਹੈ ਕਿ ਪੰਜਾਬ ਨੂੰ ਮੁੜ ਉਹਨਾਂ ਤਰੱਕੀ ਦੀਆਂ ਬੁਲੰਦੀਆਂ ਤੇ ਲੈ ਕੇ ਜਾਣਾ। ਹਾਂਜੀ, ਪੰਜਾਬ ਇੱਕ ਟਾਈਮ ਐਜੂਕੇਸ਼ਨ ਦੇ ਵਿੱਚ ਨੰਬਰ 1 ਸਟੇਟ ਹੁੰਦੀ ਸੀ ਇੰਡੀਆ ਦੀ, ਹੁਣ ਮੈਨੂੰ ਲੱਗਦਾ 12ਵੇਂ 13ਵੇਂ ਨੰਬਰ ਤੇ ਚਲੀ ਗਈ ਹੈ। ਹਾਂਜੀ, ਤੇ ਉਹਦੇ ਚ ਕੋਈ ਇਸ ਤਰ੍ਹਾਂ ਦੀ ਗਵਰਨਮੈਂਟ ਵੱਲੋਂ ਐਜੂਕੇਸ਼ਨ ਦੇ ਡਿਪਾਰਟਮੈਂਟ ਜਾਂ ਐਜੂਕੇਸ਼ਨ ਸਕੂਲਾਂ ਵਾਸਤੇ ਕੋਈ ਐਸੀ ਸਕੀਮ ਨਹੀਂ ਕਿ ਸਿੱਖ ਬੱਚਿਆਂ ਦੇ ਲਈ ਕੋਈ ਜਾਂ ਪੰਜਾਬ ਦੇ ਬੱਚਿਆਂ ਦੇ ਲਈ ਕੋਈ ਉਹਨਾਂ ਦਾ ਇਸ ਤਰ੍ਹਾਂ ਦਾ ਲੈਵਲ ਅਪ ਕੀਤਾ ਜਾਵੇ ਕਿ ਉਹ ਈਵਨ ਇੰਡੀਆ ਲੈਵਲ ਤੇ ਵੀ ਕੰਪੀਟ ਕਰ ਸਕਣ ਜੀ। ਸੋ ਇਹ ਬਹੁਤ ਹੀ ਦੁਖਾਂਤ ਵਾਲੀ ਗੱਲ ਹੈ ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹਦਾ ਨਾਂ ਹੀ ਇਸੇ ਕਰਕੇ ਰੀਬੂਟ ਪੰਜਾਬ ਰੱਖਿਆ ਗਿਆ ਹੈ। ਇਸੇ ਕਰਕੇ ਸੰਗਤਾਂ ਕੋਲ ਅਪੀਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਸੰਸਥਾ ਬੜੂ ਸਾਹਿਬ ਕਲਗੀਧਰ ਟਰੱਸਟ, ਤੁਸੀਂ ਟੀਵੀ ਤੇ ਦੇਖਦੇ ਹੋ ਬੱਚਿਆਂ ਦੇ ਪ੍ਰੋਗਰਾਮ, ਸਹਿਜ ਪਾਠ ਦਾ ਚੱਲ ਰਿਹਾ ਪ੍ਰੋਗਰਾਮ, ਅਕੈਡਮੀਆਂ ਦੇ ਪ੍ਰੋਗਰਾਮ ਅਸੀਂ ਸਾਰੇ ਦੱਸਦੇ ਹੋ, ਬੱਚਿਆਂ ਨੂੰ ਦੇਖ ਕੇ ਰੂਹਾਂ ਖੁਸ਼ ਹੋ ਜਾਂਦੀਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਨਾ ਉੱਥੇ ਕੋਈ ਗਵਰਨਮੈਂਟ ਗ੍ਰਾਂਟ ਹੈ, ਨਾ ਕੋਈ ਆਪਣੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਵੀ ਹਨ ਉਹ ਵੀ ਇਸ ਚੀਜ਼ ਨੂੰ ਕੋਈ ਇੰਨੀ ਅਹਿਮੀਅਤ ਨਹੀਂ ਦਿੰਦੀਆਂ ਕਿ ਜਿਹੜੀ ਸਹੀ ਚੀਜ਼ ਹੈ ਉਹਨੂੰ ਉਭਾਰ ਕੇ ਮੀਡੀਆ ਦੇ ਥਰੂ ਜਾਂ ਕਿਸੇ ਤਰ੍ਹਾਂ ਇਹ ਸੰਗਤਾਂ ਸਾਹਮਣੇ ਲਿਆਂਦੀ ਜਾਵੇ। ਸੋ ਸਾਡੀ ਅਪੀਲ ਇਹ ਹੀ ਹੈ ਕਿ ਵੱਧ ਚੜ ਕੇ ਤੁਸੀਂ ਜਿਹੜੇ ਬੱਚੇ ਫੀਸਾਂ ਨਹੀਂ ਦੇ ਸਕਦੇ, ਅਸੀਂ ਉਹ ਸਕੀਮ ਹੈ ਜਿਹੜੇ ਟੀਚਰ ਟ੍ਰੇਨਿੰਗ ਦਾ ਪ੍ਰੋਗਰਾਮ ਹੈ ਇਹਨਾਂ ਦੇ ਵਿੱਚ ਜਾਂ ਟੀਚਰ ਨੂੰ ਸਪਾਂਸਰ ਕਰ ਦਿਓ ਜਾਂ ਬੱਚੇ ਨੂੰ ਸਪਾਂਸਰ ਕਰ ਦਿਓ। ਤੇ ਕਿਸੇ ਵੀ ਤਰ੍ਹਾਂ ਜੇ ਤੁਸੀਂ ਨਹੀਂ ਇਹਨਾਂ ਚੋਂ ਕਰ ਸਕਦੇ, ਜਿੰਨੀ ਵੀ ਮਾਇਆ ਦੀ ਹੈਲਪ ਕਰ ਸਕਦੇ ਹੋ ਇਸ ਸੰਸਥਾ ਨੂੰ, ਕਿਉਂਕਿ ਇਹ ਇਸ ਤਰ੍ਹਾਂ ਦੀਆਂ ਸੰਸਥਾ ਜਿਹੜੇ ਕਿ ਪਿੰਡਾਂ 'ਚ ਜਾ ਕੇ ਸਕੂਲ ਖੋਲਣੇ ਜੀ, ਪਿੰਡਾਂ ਦੇ ਵਿੱਚ ਟੀਚਰ ਪ੍ਰੋਵਾਈਡ ਕਰਨੇ ਜੀ। ਹੁਣ ਇਹ ਜਿਹੜਾ COVID-19 ਦਾ ਇੰਨਾ ਵਧੀਆ ਮਤਲਬ ਇਹਨਾਂ ਦਾ ਇਹੋ ਸਾਡੇ ਲਈ ਇੱਕ ਤਰ੍ਹਾਂ ਦਾ ਮੌਕਾ ਹੈ ਕਿ ਇਹਨਾਂ ਚੀਜ਼ਾਂ ਨੂੰ ਪਛਾਣਿਆ ਜਾਵੇ ਕਿ ਇੰਨੀ ਮੁਸੀਬਤ ਹੋਣ ਦੇ ਬਾਵਜੂਦ ਵੀ ਉਹ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਨੇ, ਆਨਲਾਈਨ ਐਗਜ਼ਾਮ ਕਰ ਰਹੇ ਨੇ, ਟੀਚਿੰਗ ਬੜੀ ਵਧੀਆ ਚੱਲ ਰਹੀ ਹੈ, ਸਭ ਕੁਝ ਹੋ ਰਿਹਾ ਜੀ। ਸੋ ਇੰਨਾ ਸਖਤ ਟਾਈਮ ਹੋਣ ਦੇ ਬਾਵਜੂਦ ਵੀ ਉਹ ਇਹਨਾਂ ਹਾਲਾਤਾਂ ਨਾਲ ਜੂਝ ਕੇ ਇਹਨਾਂ ਦੇ ਵਿੱਚੋਂ ਨਿਕਲ ਰਹੇ ਨੇ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਜਿੰਨੀ ਵੀ ਮਾਇਕ ਤੌਰ ਤੇ, ਹਾਂ ਇੰਡੀਆ ਜਾ ਕੇ ਅਕੈਡਮੀ ਜ਼ਰੂਰ ਵਿਜ਼ਿਟ ਕਰੋ, ਪ੍ਰਿੰਸੀਪਲ ਸਾਹਿਬ ਨੂੰ ਮਿਲੋ। ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਸੀਂ ਵੱਡੀ ਸੇਵਾ ਕਰ ਸਕਦੇ ਹੋ ਇਸ ਵੇਲੇ ਪੰਜਾਬ ਨੂੰ ਬਚਾਉਣ ਦੇ ਲਈ ਹੋਰ ਕੋਈ ਰਾਸਤਾ ਨਹੀਂ, ਸਿਰਫ ਇਸ ਪੈਟਰਨ ਦੇ ਉੱਤੇ ਜਿਹੜੀ ਵੈਲਿਊਜ਼ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਪੂਰਾ ਆਪ ਉਹ ਦੇਖੋ MA LLB ਗੋਲਡ ਮੈਡਲਿਸਟ, ਫਿਰ ਬਾਹਰ ਆਪਣੇ ਅਮਰੀਕਾ ਤੋਂ ਸਟੱਡੀ ਕੀਤੀ, UK ਤੋਂ ਸਟੱਡੀ ਕੀਤੀ, ਇੰਨੇ ਪੜ੍ਹੇ ਲਿਖੇ ਜਿਹੜੇ ਵੈਲਿਊਜ਼, ਉਹਨਾਂ ਵੈਲਿਊਜ਼ ਲਈ ਅਸੀਂ ਕੀ ਕਰ ਰਹੇ ਹਾਂ? ਕਿਹੜਾ ਮੀਡੀਆ ਉਹਨਾਂ ਬਾਰੇ ਕੋਈ ਗੱਲ ਕਰ ਰਿਹਾ? ਕੋਈ ਨਹੀਂ ਗੱਲ ਕਰ ਰਿਹਾ। ਕਿਹੜੀ ਸੰਸਥਾ ਉਹਨਾਂ ਬਾਰੇ ਗੱਲ ਕਰ ਰਹੀ ਹੈ? ਸੋ ਜਿਹੜੀ ਉਹਨਾਂ ਦੇ ਪੂਰਨਿਆਂ ਤੇ ਪਾਈ ਹੋਈ ਜਿਹੜੀ ਸੰਸਥਾ ਚੱਲ ਰਹੀ ਹੈ, ਅਸੀਂ ਜਿੰਨਾ ਵੀ ਉਹਨਾਂ ਦਾ ਸਹਿਯੋਗ ਕਰ ਸਕੀਏ ਉਹ ਘੱਟ ਹੈ। ਤੇ ਸੋਲੂਸ਼ਨ ਪੰਜਾਬ ਦਾ ਇਹੀ ਹੈ ਕਿ ਇਸ ਪੈਟਰਨ ਦੇ ਉੱਤੇ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਿਰਫ ਕਲਗੀਧਰ ਟਰੱਸਟ ਜਾਂ ਬੜੂ ਸਾਹਿਬ ਦੇ ਨਾਲ ਹੀ ਜੁੜੋ ਜੀ। ਬਾਬਾ ਜੀ ਇਹ ਵੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਅਸੀਂ ਸਕੂਲਾਂ ਦੇ ਵਿੱਚ ਸਿੱਖੀ ਸਰੂਪ ਕੰਪਲਸਰੀ ਹੈ, ਨਿਤਨੇਮ ਕੰਪਲਸਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਐਜੂਕੇਸ਼ਨ ਕੰਪਲਸਰੀ ਹੈ, ਇਸ ਪੈਟਰਨ ਦੇ ਉੱਤੇ 500 ਸਕੂਲ ਪੰਜਾਬ 'ਚ ਬਣਾ ਦਿਓ, ਪੰਜਾਬ ਬਚ ਜਾਏਗਾ ਜੀ। ਨਹੀਂ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਵੋਟਾਂ ਪਾਉਣੇ ਵਾਲੇ ਜਿਹੜੇ ਲੀਡਰ ਉਹਨੇ ਕੁਝ ਨਹੀਂ ਹੋਣ ਦੇਣਾ ਜੀ। ਮੈਂ ਅੱਜ ਹੀ ਸਪੀਚ ਸੁਣ ਰਿਹਾ ਸੀ ਆਪਣੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ, ਉਹ ਦੱਸ ਰਹੇ ਸੀ, ਉਹਨੇ ਦੱਸਣ 'ਚ ਕੋਈ ਕਸਰ ਨਹੀਂ ਛੱਡੀ, ਜਿੰਨੀਆਂ ਪ੍ਰੋਬਲਮ ਸਾਰੀਆਂ ਦੱਸੀਆਂ। ਪਰ ਹੁਣ ਇਹ ਹੈ ਕਿ ਇਹਦਾ ਹੱਲ ਕੌਣ ਲੱਭੇ ਜੀ। ਅੱਜ ਮੁਸੀਬਤ ਇੰਨੀ ਵੱਡੀ ਹੋ ਗਈ ਹੈ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਕਿਸੇ ਵੀ ਚੰਗੇ ਬੰਦੇ ਨੂੰ ਮਾੜਾ ਜਿਹਾ ਵੀ ਉੱਠਣ ਨਹੀਂ ਦਿੰਦੀ ਜੀ। ਸੋ ਇਹਦੇ ਵਿੱਚ ਹੁਣ ਇਸ ਵੇਲੇ ਜਿਹੜੀ ਤਾਕਤ ਹੈ ਉਹ ਸਾਰੀ ਸੰਗਤਾਂ ਦੇ ਹੱਥਾਂ ਦੇ ਵਿੱਚ ਹੈ ਕਿ ਸੰਗਤਾਂ ਆਪ ਹਰ ਇੱਕ ਨੂੰ ਖੋਜਣ, ਹਰ ਇੱਕ ਆਪਣੇ ਦਸਵੰਧ ਤੇ ਆਪ ਪਹਿਰਾ ਦੇਣ, ਅੱਖਾਂ ਬੰਦ ਕਰਕੇ ਨਾ ਸਪੋਰਟ ਕਰੋ। ਇਹ ਗਲਤ ਹੱਥਾਂ 'ਚ ਮਾਇਆ ਗਈ ਬਹੁਤ ਖਤਰਨਾਕ ਹੋ ਜਾਂਦੀ ਹੈ ਜੀ ਜੀ ਜੀ। ਸੋ ਇਸ ਚੀਜ਼ ਦੇ ਉੱਤੇ ਸਾਨੂੰ ਜਿੱਥੇ ਕਿਹਾ ਨਾ ਕਿ ਤਨ ਮਨ ਤੇ ਧਨ, ਅਸੀਂ ਇਕੱਲੇ ਹੁਣ ਅੱਖਾਂ ਬੰਦ ਕਰਕੇ ਧਨ ਨਾਲ ਸੇਵਾ ਕੀਤੀ, ਉਹਦਾ ਅਸੀਂ ਹੁਣ ਭੋਗ ਰਹੇ ਹਾਂ, ਉਹਦਾ ਫਲ ਭੋਗ ਰਹੇ ਹਾਂ ਕੀ ਹੋ ਰਿਹਾ ਪੰਜਾਬ ਦੇ ਵਿੱਚ। ਹਾਂਜੀ ਜੀ।
ਸੋ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਸਭ ਕੁਝ ਹੈ, ਪਰ ਫਿਰ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਅੱਖੋਂ ਓਲੇ ਕਰੀ ਜਾਈਏ ਤਾਂ ਇਹਦਾ ਨੁਕਸਾਨ ਕੌਮ ਨੂੰ ਤੇ ਸਾਨੂੰ ਸਾਰਿਆਂ ਨੂੰ ਕਦੀ ਨਾ ਕਦੀ ਭਰਨਾ ਜ਼ਰੂਰ ਪਏਗਾ। ਸੋ ਇਹ ਜੀ ਵੈਲਿਊਜ਼ ਜੋ ਇਸ ਕਲਿੱਪ ਦੇ ਵਿੱਚ ਡਾਕਟਰ ਸਾਹਿਬ ਨੇ ਦੱਸੀਆਂ, ਇੱਕ ਤੇ ਇਹ ਸੀਗਾ ਕਿ ਦੂਸਰਾ ਸੀਗਾ ਉਹਨਾਂ ਦਾ ਕਿ ਆਪਣੇ ਮਨ ਦੇ ਵਿੱਚ ਕਿਸੇ ਲਈ ਨਫ਼ਰਤ ਨਾ ਰੱਖੋ। ਹਾਂਜੀ, ਗਲਤ ਹੋਣਾ ਸਹੀ ਹੋਣਾ ਇਹ ਤਾਂ ਹਰ ਇੱਕ ਦਾ ਸੁਭਾਅ ਹੈ, ਕੋਈ ਵੀ ਗਲਤੀ ਕਰ ਸਕਦਾ ਕੁਝ ਵੀ। ਤੁਸੀਂ ਕਿਸੇ ਨੂੰ ਗਲਤੀ ਕਰਦੇ ਨੂੰ ਰੋਕਣਾ, ਆਪਣਾ ਜੋ ਵਿਊ ਪੁਆਇੰਟ ਜ਼ਰੂਰ ਰੱਖੋ, ਪਰ ਨਫ਼ਰਤ ਮਨ ਦੇ ਵਿੱਚ ਨਫ਼ਰਤ ਪਾਲੋਗੇ ਤੇ ਉਹ ਤੁਹਾਨੂੰ ਗਾਲੇਗੀ। ਜਿਹਦੇ ਨਾਲ ਨਫ਼ਰਤ ਕਰਦੇ ਉਹਦਾ ਕੁਝ ਨਹੀਂ ਵਿਗੜਨਾ, ਉਹ ਤਾਂ ਆਲਰੇਡੀ ਜੇ ਠੀਕ ਨਹੀਂ ਵਿਗੜਿਆ ਜੋ। ਪਰ ਆਪਣੇ ਆਪ ਨੂੰ ਜੇ ਗਲਣ ਤੋਂ ਬਚਣਾ ਤਾਂ ਉਹ ਸੰਤ ਤੇਜਾ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਮਤਰੇਈ ਮਾਂ ਨੇ ਬਹੁਤ ਹੀ ਘਟੀਆ ਤਰੀਕੇ ਦਾ ਸਲੂਕ ਇਹਨਾਂ ਦੇ ਨਾਲ ਕੀਤਾ ਜੀ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਉਹਨਾਂ ਤੋਂ ਸੇਧ ਲੈ ਕੇ ਉਹ ਮਾਤਾ ਦੇ ਕੋਲ ਜਾ ਕੇ ਉਹਨੀ ਮਾਫੀ ਮੰਗੀ ਕਿ ਮੇਰੇ ਮਨ ਦੇ ਵਿੱਚ ਜੇ ਕੋਈ ਵੀ ਤੁਹਾਡੇ ਖਿਲਾਫ, ਤੁਹਾਡੇ ਪ੍ਰਤੀ ਕੋਈ ਮਾੜੀ ਭਾਵਨਾ ਹੈ ਤਾਂ ਮੈਨੂੰ ਮਾਫ ਕਰ ਦਿਓ, ਉਹਨੂੰ ਸਾਫ਼ ਕਰ ਦਿਓ। ਸੋ ਇਹ ਬਹੁਤ ਵੱਡਾ ਲੈਸਨ ਸੀ। ਉਹ ਤੋਂ ਬਾਅਦ ਸੀਗੀ ਜੀ ਗਰੀਬੀ, ਹਿਊਮਿਲਿਟੀ। ਇੰਨਾ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹ ਦੱਸਦੇ ਨਾ ਕਿ ਇੱਕ ਸ਼ਰਾਬੀ ਨੇ ਉਹਨੂੰ ਕਹਿ ਦਿੱਤਾ ਕਿ ਤੇਜਾ ਸਿੰਘ ਤੂੰ ਕੋਈ ਕੰਮ ਕਰਿਆ ਕਰ। ਉਹਨੂੰ ਪਤਾ ਸੀਗਾ ਕਿ ਉਹਨੂੰ ਵੀ ਨਹੀਂ ਕਿਹਾ ਕਿ ਠੀਕ ਹੈ ਜੀ ਅਸੀਂ ਕਰਾਂਗੇ। ਬਾਕੀ ਉਹਨਾਂ ਦੇਖੋ ਜੋ ਕੀਤਾ ਉਹ ਤਾਂ ਸਾਡੇ ਸਾਰੇ ਸਾਹਮਣੇ ਹੈ ਕਿ ਐਡੀ ਬੜੀ ਕੁਆਲੀਫਿਕੇਸ਼ਨ ਤੋਂ ਬਾਅਦ ਇੱਕ ਪ੍ਰਾਇਮਰੀ ਸਕੂਲ ਨੂੰ ਟੀਚਿੰਗ ਦਾ ਕੰਮ ਉਹਨੇ ਆਪ ਪੜ੍ਹਾਇਆ, ਟੀਚਰ ਜੀ। ਸੋ ਇਹ ਸਾਰੀ ਜੋ ਵੀ ਵੈਲਿਊਜ਼ ਲੈਸਨਸ ਹੈ, ਇਹ ਅਸੀਂ ਵੈਲਿਊ ਬੇਸਡ ਐਜੂਕੇਸ਼ਨ ਰੀਬੂਟ ਪੰਜਾਬ ਇਸ ਪ੍ਰੋਗਰਾਮ 'ਚ ਹਰ ਵੀਕ ਸੰਗਤਾਂ ਦੇ ਨਾਲ ਸਾਂਝੇ ਕਰੀਦੇ ਨੇ। ਸੋ ਸਾਡੀ ਅੱਜ ਵੀ ਇਹ ਅਪੀਲ ਹੈ ਕਿ ਇਸ ਤਰ੍ਹਾਂ ਦੀ ਸੰਸਥਾ ਤੋਂ ਜਿੰਨਾ ਵੀ ਵੱਧ ਚੜ ਕੇ ਤੁਹਾਡਾ ਸਹਿਯੋਗ ਮਿਲ ਜਾਏ ਉਹ ਘੱਟ ਹੈ, ਤੇ ਪੰਜਾਬ ਨੂੰ ਬਚਾਉਣ ਦਾ ਇਸ ਵੇਲੇ ਹੋਰ ਕੋਈ ਸਾਧਨ ਨਹੀਂ ਹੈ। ਤੇ ਉਹਦੇ ਨਾਲ ਹੀ ਕਿ ਜਿਸ ਤਰ੍ਹਾਂ ਮੈਂ ਹਮੇਸ਼ਾ ਹਰ ਪ੍ਰੋਗਰਾਮ 'ਚ ਕਹਿੰਦਾ ਕਿ ਜਿਹੜਾ ਮੀਡੀਆ ਇਸ ਤਰ੍ਹਾਂ ਦੀ ਚੀਜ਼ ਨੂੰ ਸਪੋਰਟ ਕਰਦਾ, ਜਿਹੜਾ ਮੀਡੀਆ ਸਿਲੈਕਸ਼ਨ, ਉਹਦਾ ਪ੍ਰੋਗਰਾਮ ਦੀ ਸਿਲੈਕਸ਼ਨ ਸਿਰਫ ਮਨੀ ਮੇਕਿੰਗ ਸਕੀਮਾਂ, ਉਹਨਾਂ ਤੋਂ ਬਚੋ। ਜਿਹੜਾ ਮੀਡੀਆ ਤੇ ਹੱਕ ਤੁਹਾਡੇ ਕੋਲ ਲਿਆ ਰਿਹਾ, ਉਸ ਮੀਡੀਆ ਦੀ ਸਪੋਰਟ ਜ਼ਰੂਰ ਕਰੋ। ਸੰਗਤ ਟਰਸਟ, ਸੰਗਤ ਟੀਵੀ ਦਾ ਵੀ ਇਹੋ ਹੀ ਮਿਸ਼ਨ ਹੈ ਕਿ ਸਹੀ ਗੱਲ ਜੋ ਹੈ ਤੁਹਾਡੇ ਤੱਕ ਪਹੁੰਚਾਈ ਜਾਵੇ। ਤੇ ਉਹਨਾਂ ਦੇ ਸਾਡੇ ਦੇਖੋ, ਮੈਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਗੁਰੂ ਕੀ ਕਾਸ਼ੀ ਦੀ ਅਪੀਲ ਦੇ ਵਿੱਚ ਜੇ ਸਾਡਾ ਉਹ 500 ਕਰੋੜ ਦਾ ਪ੍ਰੋਜੈਕਟ ਸੀ ਤੇ ਉਹਦਾ ਦਸਵੰਧ ਤੋਂ ਜ਼ਿਆਦਾ ਪੈਸਾ ਯੂਕੇ ਤੋਂ ਸੰਗਤਾਂ ਨੇ ਦਿੱਤਾ। 50 ਕਰੋੜ ਤੋਂ ਜ਼ਿਆਦਾ ਡੋਨੇਸ਼ਨ ਗਈ ਹੈ। ਜੇ ਹੁਣ ਇੱਕ ਪਾਸੇ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੀ ਇੰਨੀ ਸਪੋਰਟ ਕਰ ਸਕਦੇ ਹਾਂ, ਉਹਦੇ ਨਾਲ ਹੀ ਜਿਸ ਮੀਡੀਆ ਦੇ ਥਰੂ ਇਹ ਸਾਰਾ ਅਕੰਪਲਿਸ਼ ਹੋਇਆ, ਉਹਨੂੰ ਅਸੀਂ ਇੱਕ 5 ਪਾਉਂਡ ਮਹੀਨੇ ਦਾ ਸਟੈਂਡਿੰਗ ਆਰਡਰ ਦੀ ਅਪੀਲ ਉਹ ਵੀ ਕਰਦੇ ਹਾਂ ਕਿ ਜੇ ਤੁਸੀਂ ਨਹੀਂ ਹਾਲੇ ਤੱਕ ਕੀਤਾ ਉਹ ਜ਼ਰੂਰ ਕਰੋ। ਇਹ ਸਾਡੇ ਪ੍ਰੋਗਰਾਮ ਵੀਕਲੀ ਅਸੀਂ ਇਹੋ ਹੀ ਸਾਡਾ ਮੰਤਵ ਹੁੰਦਾ, ਇਸੇ ਚੀਜ਼ਾਂ ਨੂੰ ਅਸੀਂ ਰਿਪੀਟ ਕਰਦੇ ਹਾਂ। ਜੀ ਬਿਲਕੁਲ ਜੀ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਜੀ ਕਿ ਸੰਗਤ ਦੇ ਸਪੋਰਟ ਦੀ, ਸੋ ਮਤਲਬ ਮੈਂ ਅੱਗੇ ਇੱਥੇ ਹੀ ਆਉਣਾ ਚਾਹੁੰਦਾ ਸੀ ਕਿ ਦੇਖੋ ਸੰਤ ਬਾਬਾ ਤੇਜਾ ਸਿੰਘ ਜੀ ਨੇ ਕਲਗੀਧਰ ਟਰੱਸਟ ਦਾ ਬੜੂ ਸਾਹਿਬ ਦੇ ਵਿੱਚ ਆਪਣੇ ਮੁਕੱਦਸ ਹੱਥਾਂ ਦੇ ਨਾਲ ਇੱਕ ਬੂਟਾ ਲਾਇਆ। ਸੰਗਤਾਂ ਨੇ ਆਪਣੇ ਡੋਨੇਸ਼ਨਸ ਦੇ ਨਾਲ, ਆਪਣੀ ਹੱਕ ਦੀ ਕਮਾਈ ਦੇ ਨਾਲ ਉਹਨੂੰ ਸਿੰਜਿਆ, ਉਹਨੂੰ ਖਾਦ ਪਾਈ, ਪਾਣੀ ਪਾਇਆ, ਤੇ ਬੂਟਾ ਉਹ ਜਿਹੜਾ ਅੱਜ ਬੋਰਡ ਬਣ ਚੁੱਕਿਆ ਤੇ ਇੰਨਾ ਵੱਡਾ ਹੋ ਚੁੱਕਿਆ ਕਿ ਉਹਦੀਆਂ 129 ਉਸ ਬੂਟੇ ਦੀਆਂ ਸ਼ਾਖਾਵਾਂ, ਬ੍ਰਾਂਚਿਸ ਨਿਕਲ ਚੁੱਕੀਆਂ। 70,000 ਤੋਂ ਦੇ ਕਰੀਬ ਉਸ ਬੂਟੇ ਨੂੰ ਫਲ ਲੱਗ ਚੁੱਕੇ ਹੈ, ਹਨਾ ਜੀ। ਸੋ ਮਤਲਬ ਕਿ ਇੱਕ ਬਹੁਤ ਵੱਡੀ ਚੀਜ਼ ਹੈ ਕਿ ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀ ਕਿ ਸਾਨੂੰ ਤੁਸੀਂ ਸੰਗਤਾਂ ਦਾ ਜੋ ਗ੍ਰੈਟੀਟਿਊਡ ਹੈ ਸੰਗਤਾਂ ਦੇ ਪ੍ਰਤੀ, ਉਹ ਕਿਸ ਤਰ੍ਹਾਂ ਵਿਅਕਤ ਕਰਨਾ ਚਾਹੋਗੇ, ਜਿਹੜਾ ਕਿ ਤੁਸੀਂ ਹਾਲਾਂਕਿ ਆਲਰੇਡੀ ਟੂਕ ਮਾਤਰ ਜੋ ਹੈ ਸ਼ੋਅ ਲਿਆ ਹੈ। ਮੈਂ ਉਹਦੇ ਥੋੜਾ ਜਿਹਾ ਹੋਰ ਵੀ ਐਡ ਕਰ ਦਵਾਂ ਕਿ ਜਿਸ ਤਰ੍ਹਾਂ ਇਸ ਵੇਲੇ ਕਿ ਬਹੁਤ ਹੀ ਵੱਡਾ ਸਾਡਾ ਪ੍ਰੋਜੈਕਟ ਹੈ, ਜਿਹੜੀ ਬੰਜਾਰਾ ਕਮਿਊਨਿਟੀ ਹੈ। ਬੰਜਾਰਾ ਕਮਿਊਨਿਟੀ ਦੇਖੋ ਸਿੱਖੀ ਸਰੂਪ ਨੂੰ ਨਹੀਂ ਆਂਚ ਨਹੀਂ ਆਉਣ ਦਿੱਤੀ ਹਾਲੇ ਤੱਕ ਵੀ। ਇੰਨੇ ਵੀ ਮਤਲਬ ਉਹਨਾਂ ਦੀ ਗਰੀਬੀ ਦੇ ਵਿੱਚ ਵੀ ਉਹਦੀ ਸਿੱਖੀ ਸਰੂਪ ਸੰਭਾਲ ਕੇ ਰੱਖਿਆ ਜੀ। ਅਸੀਂ ਉਹਨਾਂ ਦੇ ਘਰ ਬਣਾ ਦਈਏ, ਉਹਨਾਂ ਨੂੰ ਕਰੋੜਾਂ ਰੁਪਇਆ ਦਾਨ ਕਰ ਦਈਏ, ਕੋਈ ਫਰਕ ਨਹੀਂ ਪੈਣਾ। ਜੇ ਕੋਈ ਵੀ ਸੰਸਥਾ ਉਹਨਾਂ ਦਾ ਜੇ ਕੁਝ ਹੱਲ ਕਰਨਾ ਚਾਹੁੰਦੇ ਨੇ, ਅਸੀਂ ਬਾਬਾ ਜੀ ਕੋਲ ਬੇਨਤੀ ਕੀਤੀ ਸੀ ਕਿ 1 ਜਾਂ 2 ਸਕੂਲ ਉਹਨਾਂ ਵਾਸਤੇ ਅਸੀਂ ਜਿਸ ਤਰ੍ਹਾਂ ਮੈਨੂੰ ਲੱਗਦਾ ਨਾਗਪੁਰ ਦੇ ਆਲੇ ਦੁਆਲੇ ਕਾਫੀ ਸੈਂਟਰ ਹੈ, ਮੱਧ ਪ੍ਰਦੇਸ਼ 'ਚ ਵੀ ਹੋਰ ਕਾਫੀ ਨੇ। ਉਹ ਐਂਡ ਆਫ ਦਾ ਡੇ ਗੱਲ ਉੱਥੇ ਆ ਕੇ ਅੜ ਜਾਂਦੀ ਹੈ ਕਿ 129 ਸਕੂਲ, 3 ਯੂਨੀਵਰਸਿਟੀਆਂ ਦਾ ਜੋ ਖਰਚਾ ਇਸ ਵੇਲੇ, ਜਿਹਦੇ 'ਚ ਮੈਜੋਰਿਟੀ ਕੈਪੀਟਲ ਐਕਸਪੈਂਡੀਚਰ, ਬਿਲਡਿੰਗਾਂ ਦਾ ਖਰਚਾ, ਉਹ ਸਿਰਫ ਡੋਨੇਸ਼ਨਾਂ ਦੇ ਸਿਰ ਤੇ ਚੱਲਦਾ ਹੈ। ਉੱਥੇ ਖੜੋਤ ਆ ਜਾਂਦੀ ਹੈ। ਸੋ ਫਾਈਨੈਂਸ਼ੀਅਲੀ ਜੇ ਸਾਡੇ ਕੋਲ ਰਿਸੋਰਸ ਹੋਵੇ ਤੇ ਅਸੀਂ ਤੇ 50 ਸਕੂਲ ਹੋਰ ਪੰਜਾਬ ਦੇ ਵਿੱਚ ਖੋਲ ਦਈਏ, ਜਾਂ ਬੰਜਾਰਾ ਕਮਿਊਨਿਟੀ ਲਈ 2-4 ਸਕੂਲ ਖੋਲ ਦਈਏ ਜੀ। ਸੋ ਐਸੀ ਮੇਰੀ ਸੰਗਤਾਂ ਦੀ ਇਹੀ ਬੇਨਤੀ ਹੈ ਕਿ ਦੇਖੋ ਸੰਗਤਾਂ ਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਸਪੋਰਟ ਕਰਨ ਵਾਸਤੇ ਜੀ। ਪਰ ਅਸੀਂ ਜਿਹੜਾ
ਜਿਹੜੀ ਸਪੋਰਟ ਗਲਤ ਪਾਸੇ ਜਾ ਰਹੀ ਹੈ ਨਾ, ਉੱਥੋਂ ਥੋੜਾ ਬਚੀਏ। ਥੋੜਾ ਜਿਹਾ ਆਪਣਾ ਇਸ ਸੰਸਥਾ ਨਾਲ ਵੀ ਤੁਸੀਂ ਸਪੋਰਟ ਕਰਦੇ ਹੋ, ਸੰਸਥਾ ਦੇ ਵਿੱਚ ਥੋੜਾ ਜਿਹਾ ਵੜ ਕੇ ਆਪ ਦੇਖੋ ਕਿ ਕੀ ਹੋ ਰਿਹਾ। ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਹੁਣ ਅਸੀਂ ਤੇ ਸਾਡੇ ਤਾਂ ਚਲੋ ਕੁਦਰਤੀ ਮੇਲ ਹੀ ਸਿੱਧਾ ਬਾਬਾ ਜੀ ਨਾਲ ਹੋਇਆ, ਬਾਬਾ ਇਕਬਾਲ ਸਿੰਘ ਜੀ ਨਾਲ ਜੀ, ਕਿਉਂਕਿ ਥੱਲੇ ਉੱਪਰ ਜਾਣਾ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦਾ, ਪਰ ਸਿੱਧਾ ਤੁਸੀਂ ਉੱਪਰੋਂ ਹੀ, ਉਹ ਵਾਹਿਗੁਰੂ ਦੀ ਕਿਰਪਾ ਰਹੀ ਹੈ ਕਿ ਸਾਨੂੰ ਕੋਈ ਕਿਸੇ ਇੱਕ ਤਰ੍ਹਾਂ ਦੀ ਵੀ ਮਾਇੂਸੀ ਦਾ ਸਾਹਮਣਾ ਨਹੀਂ ਕਰਨਾ ਪਿਆ ਜੀ। ਪਰ ਹੁਣ ਮੈਂ ਸੰਗਤਾਂ ਨੂੰ ਜੋ ਬੇਨਤੀ ਕਰ ਰਿਹਾ, ਇਹ ਥੱਲੇ ਉੱਪਰ ਜਾਣੇ ਵਾਲੀ ਬੇਨਤੀ ਹੈ ਕਿ ਥੋੜਾ ਜਿਹਾ ਤਨ ਮਨ ਧਨ ਦੇ ਨਾਲ ਇਹਨਾਂ ਦੇ ਵਿੱਚ ਰਲ ਕੇ ਆਪ ਮਿਲ ਕੇ, ਤੇ ਬਾਕੀ ਸਾਡੇ ਤੇ ਹਮੇਸ਼ਾ ਇਹੋ ਹੀ ਰਹਿੰਦੀ ਹੈ ਕਿ ਜੋ ਵੀ ਪੰਥਕ ਪ੍ਰੋਜੈਕਟ ਹੈ ਉਹਦੇ ਵਿੱਚ ਭਾਵੇਂ ਇਹੋ ਐਜੂਕੇਸ਼ਨ ਦੇ ਵਿੱਚ ਆਰਗੇਨਾਈਜੇਸ਼ਨ ਸਪੈਸ਼ਲਾਈਜ਼ ਕਰਦੀ ਹੈ, ਜੇ ਪੰਜਾਬ ਦੇ ਫਲੱਡਸ ਕਸ਼ਮੀਰ 'ਚ ਅਰਥਕੁਏਕ ਆਇਆ, ਕੇਰਲਾ 'ਚ ਫਲੱਡਸ ਆਏ, ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸੇਵਾ ਦੇ ਹੁਣ ਲੰਗਰਾਂ ਦੀ ਸੇਵਾ ਚੱਲ ਰਹੀ ਹੈ, ਸੋ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਹਮੇਸ਼ਾ ਇਹ ਸਾਰੀ ਕਮਿਊਨਿਟੀ, ਬੜੂ ਸਾਹਿਬ ਕਮਿਊਨਿਟੀ, ਸਟੂਡੈਂਟਸ, ਟੀਚਰ, ਸਾਰੇ ਸੰਗਤਾਂ ਰਲ ਮਿਲ ਕੇ ਬਹੁਤ ਵਧੀਆ ਸਹਿਯੋਗ ਕਰ ਰਹੀਆਂ ਜੀ। ਨਹੀਂ ਬਿਲਕੁਲ ਜੀ, ਤੇ ਆਪਾਂ ਮਤਲਬ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਇਸ ਸੰਸਥਾ ਦਾ ਕਹਿ ਲਓ ਵੀ ਵਿਸਥਾਰ ਹੋਇਆ ਤੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ। ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਦੱਸਿਆ ਕਿ ਗੁਰੂ ਕੀ ਕਾਸ਼ੀ ਦੀ ਤੁਸੀਂ ਗੱਲ ਕੀਤੀ ਹੈ ਕਿ ਮਤਲਬ ਕਿ ਸੰਗਤ ਜੋ ਹੈ, ਜੋ ਦਰਸ਼ਕ ਨੇ ਸਾਡੇ, ਉਹ ਸਮਰੱਥ ਨੇ, ਹਨਾ ਜੀ। ਸੰਗਤ ਦੇ ਵਿੱਚ ਹੀ ਪ੍ਰਮਾਤਮਾ ਆਪ ਵਰਤਦਾ, ਉਹਨਾਂ ਦੀ ਦਿੱਤੀ ਹੋਈ ਜਿਹੜੀ ਹੱਕ ਦੀ ਕਮਾਈ ਦੇ ਥੋੜੇ ਜਿਹੇ ਪੈਸੇ ਵੀ ਲੱਖਾਂ ਦੇ ਜੋ ਹੈ ਬਰਾਬਰ ਹੁੰਦੇ ਨੇ। ਤੇ ਹੁਣ ਜੇ ਅਸੀਂ ਸੰਖੇਪ ਦੇ ਵਿੱਚ ਗੱਲ ਕਰੀਏ ਜੀ COVID-19 ਦੇ ਕਰਕੇ, ਤੇ ਹੁਣ ਮੌਜੂਦਾ ਹਾਲਾਤ ਕਿੱਥੇ ਖੜੇ ਨੇ ਜੀ ਸਾਡੇ ਅਕਾਲ ਅਕੈਡਮੀਜ਼ ਦੇ? ਹਾਂਜੀ, ਅਸੀਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ ਕਿ COVID-19 ਕਰਕੇ ਇੱਕ ਇਹੋ ਜਨਰਲ ਪਰਸੈਪਸ਼ਨ ਜਿਹੀ ਬਣ ਗਈ ਹੈ ਕਿ ਜਿਸ ਤਰ੍ਹਾਂ ਹੁਣ ਇੱਥੇ ਵੀ ਹੈ, ਕਿਰਾਏਦਾਰਾਂ ਨੂੰ ਕਹਿ ਦਿੱਤਾ ਕਿ 3 ਮਹੀਨੇ ਤੋਂ ਕੋਈ ਕਿਰਾਇਆ ਨਹੀਂ ਮੰਗ ਸਕਦਾ। ਹਾਂਜੀ, ਸੋ ਉਹੀ ਹਾਲਾਤ ਇੰਡੀਆ ਦੇ ਵਿੱਚ ਇਹਨਾਂ ਨਾਲੋਂ ਵਰਸ ਨੇ ਕਿ ਸਕੂਲਾਂ ਦੇ ਵਿੱਚ ਜਿਹੜੇ ਵੀ ਬੱਚੇ ਆ ਉਹ ਜਾਂ ਉਹਨਾਂ ਦੇ ਪੇਰੈਂਟਸ ਹੈ, ਉਹ ਇਸ ਇੰਪ੍ਰੈਸ਼ਨ ਦੇ ਵਿੱਚ ਹੀ ਨੇ ਕਿ ਕੋਈ ਗੱਲ ਨਹੀਂ, ਫੀਸ ਬਾਅਦ 'ਚ ਦੇ ਦਿਆਂਗੇ, ਫੀਸ ਬਾਅਦ 'ਚ ਦੇ ਦਿਆਂਗੇ, ਤੇ ਟੀਚਰਾਂ ਦੀਆਂ ਤਨਖਾਹਾਂ ਕਿੰਨੀ ਦੇਰ ਤੁਸੀਂ ਡਿਲੇ ਕਰ ਸਕਦੇ ਹੋ। ਇੱਥੇ ਤਾਂ ਫਿਰ ਤੁਹਾਡੀ ਫਾਲੋ ਸਕੀਮ ਹੈ, ਹੋਰ ਬਹੁਤ ਸਕੀਮਾਂ ਨੇ। ਸੋ ਇਹ ਸੰਸਥਾ ਜਿਨ੍ਹਾਂ ਦੇ ਪਿੱਛੇ ਕੋਈ ਸਰਕਾਰਾਂ ਬਹੁਤਾ ਗ੍ਰਾਂਟ ਜਾਂ ਕੋਈ ਇਸ ਤਰ੍ਹਾਂ ਦੀ ਸਕੀਮ ਨਹੀਂ ਹੈਗੀਆਂ, ਜਿਹੜੀਆਂ ਕਿ ਸਿਰਫ ਸੰਗਤਾਂ ਦੇ ਸਹਿਯੋਗ ਦੇ ਨਾਲ, ਸੰਗਤਾਂ ਦੀਆਂ ਡੋਨੇਸ਼ਨਾਂ ਦੇ ਉੱਤੇ ਡਿਪੈਂਡੈਂਟ ਨੇ। ਸੋ COVID-19 ਕਰਕੇ ਉਹ ਡੋਨਰਾਂ ਨੂੰ ਇੱਥੇ UK 'ਚ ਵੀ ਕੋਲਾਂ ਆਈਆਂ ਹੋਣਗੀਆਂ। ਸੋ ਸੇਵਾਦਾਰ ਆਪਣੇ ਜਿਹੜੇ ਡੋਨਰਸ ਨੂੰ ਕੋਲਾਂ ਕਰ ਰਹੇ ਨੇ ਕਿ ਤੁਸੀਂ ਵਨ ਆਫ ਡੋਨੇਸ਼ਨ ਇੱਕ COVID-19 ਕਰਕੇ ਜ਼ਰੂਰ ਕਰੋ, ਤਾਂ ਕਿ ਜਿਹੜਾ ਇਸ ਵੇਲੇ ਫਾਈਨੈਂਸ਼ੀਅਲ ਸਟ੍ਰੇਨ ਪੈ ਰਿਹਾ ਆਰਗੇਨਾਈਜੇਸ਼ਨ ਤੇ, ਉੱਥੇ ਥੋੜੀ ਜਿਹੀ ਹੈਲਪ ਹੋ ਸਕੇ ਜੀ। ਤੇ ਉਹ ਤੇ ਇਸ ਤਰ੍ਹਾਂ ਵੀ ਹੈ ਕਿ ਜੇ ਤੁਸੀਂ ਟੈਂਪਰੇਰੀਲੀ ਕੋਈ ਲੋਨ ਵੀ ਬੈਂਕ ਤੋਂ ਲੈ ਕੇ, ਇੱਥੇ ਇੰਟਰਸਟ ਰੇਟ ਬਹੁਤ ਘੱਟ ਇੰਡੀਆ ਨਾਲੋਂ, ਜੇ ਉਹ ਕਰ ਸਕਦੇ ਹੋ, ਕਿਸੇ ਤਰ੍ਹਾਂ ਦੀ ਹੈਲਪ ਕਰ ਸਕਦੇ ਹੋ। ਹੁਣ ਇਸ ਵੇਲੇ ਮੈਨੂੰ ਲੱਗਦਾ 15-20 ਲੈਂਡ ਡੋਨੇਸ਼ਨਸ ਉਹਨਾਂ ਕੋਲ ਪਈਆਂ ਜਿੱਥੇ ਨਵੇਂ ਸਕੂਲ ਖੁੱਲ ਸਕਦੇ ਨੇ। ਸੋ ਇਹ ਫਾਈਨੈਂਸ਼ੀਅਲ ਕੰਸਟ੍ਰੇਂਟ ਕਰਕੇ ਇਹ ਚੀਜ਼ ਨਹੀਂ ਅੱਗੇ ਵਧ ਰਹੀ। ਇਹ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੇ ਆਪਣੇ ਪੰਥਕ ਸੰਸਥਾਵਾਂ ਵੀ ਹਨ, ਉਹ ਇਸ ਪਾਸੇ ਨਹੀਂ ਸੋਚ ਰਹੀਆਂ ਕਿ ਜਿਹੜੀ ਇੱਕ ਆਰਗੇਨਾਈਜੇਸ਼ਨ ਇੰਨਾ ਵੱਧ ਚੜ ਕੇ ਜੋ ਕੰਮ, ਜੋ ਕਿ ਸਾਨੂੰ ਪਤਾ ਕਿ ਇਹੋ ਹੀ ਹੈ ਇਸ ਵੇਲੇ ਪੰਜਾਬ ਦਾ ਸੋਲੂਸ਼ਨ, ਉਹ ਤਾਂ ਸਾਰੇ ਆਰਗੇਨਾਈਜੇਸ਼ਨ ਨੂੰ ਇੱਕ ਸਕੂਲ ਭਾਵੇਂ ਆਪਣੇ ਕੋਲੋਂ ਕਿਸੇ ਤਰ੍ਹਾਂ ਵੀ ਔਖੇ ਸੌਖੇ ਹੋ ਕੇ ਬਣਾ ਦੇਣਾ ਚਾਹੀਦਾ ਜੀ। ਇਸੇ ਕਰਕੇ ਬਾਬਾ ਜੀ ਕਹਿੰਦੇ ਕਿ ਅਸੀਂ ਜਿਹੜੇ ਸਾਡੇ ਸਕੂਲਾਂ ਚੋਂ ਬੱਚੇ ਨਿਕਲ ਰਹੇ ਨੇ, ਉਹ ਚੱਲਦੇ ਫਿਰਦੇ ਗੁਰਦੁਆਰੇ ਨੇ ਜੀ। ਅਸੀਂ ਥੋੜੀ ਜਿਹੀ ਇਨਵੈਸਟਮੈਂਟ ਇਹਨਾਂ ਚੱਲਦੇ ਫਿਰਦੇ ਗੁਰਦੁਆਰਿਆਂ ਦੇ ਵਿੱਚ ਵੀ ਕਰ ਲਈਏ ਜੀ। ਇਹੋ ਹੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਦਾ ਮੇਨ ਸੁਨੇਹਾ ਇਹੋ ਹੀ ਹੈ ਕਿ ਜਿੰਨੀ ਵੱਧ ਚੜ ਕੇ ਇਸ ਹਾਰਡ ਮੌਕੇ ਦੇ ਉੱਤੇ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ, ਉਹ ਸਾਨੂੰ ਕਰਨੀ ਚਾਹੀਦੀ ਜੀ। ਬਿਲਕੁਲ, ਧੰਨਵਾਦ ਜੀ। ਦੋਸਤੋ, ਜਿਸ ਤਰ੍ਹਾਂ ਕਿ ਅਸੀਂ ਜੇ ਗੱਲ ਕਰੀਏ ਸਾਡੀ ਰੋਜ਼ਮर्रा ਦੀ ਜੋ ਜ਼ਿੰਦਗੀ ਹੁੰਦੀ ਹੈ, ਉਹਦੀਆਂ ਜੋ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹ ਸਾਨੂੰ ਬਾਜ਼ਾਰ ਦੇ ਵਿੱਚ ਮਿਲਦੀਆਂ, ਤੇ ਜਿਹੜੇ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਗੁਣ ਹੁੰਦੇ ਹਨ, ਫਲਸਫੇ ਹੁੰਦੇ ਹਨ, ਕਦਰਾਂ ਕੀਮਤਾਂ ਹੁੰਦੀਆਂ ਹਨ, ਉਹ ਸਾਨੂੰ ਸੰਤ ਬਾਬਾ ਜਿਸ ਤਰ੍ਹਾਂ ਤੇਜਾ ਸਿੰਘ ਜੀ ਹੋਰ ਹੈ, ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਇਹ ਪ੍ਰਾਪਤ ਹੁੰਦੀਆਂ ਨੇ। ਤੇ ਮੇਰਾ ਇਹ ਆਪਣਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਜੋ ਸ਼ਖਸੀਅਤਾਂ ਹੁੰਦੀਆਂ ਨੇ, ਉਹਨਾਂ ਦੇ ਜੋ ਜੀਵਨ ਹੁੰਦੇ ਹਨ, ਉਹ ਇੱਕ ਇਸ ਤਰ੍ਹਾਂ ਦੇ ਸਮੁੰਦਰ ਹੁੰਦੇ ਹਨ ਜਿਨ੍ਹਾਂ ਵਿੱਚ ਜਦੋਂ ਅਸੀਂ ਗੋਤਾ ਮਾਰਾਂਗੇ ਤਾਂ ਕਦੇ ਵੀ ਖਾਲੀ ਹੱਥ ਵਾਪਸ ਨਹੀਂ ਆ ਸਕਦੇ। ਕੋਈ ਨਾ ਕੋਈ ਹੀਰਾ ਰਤਨ ਸਾਡੇ ਹੱਥ ਜ਼ਰੂਰ ਲੱਗੇਗਾ। ਸੋ ਦੋਸਤੋ, ਤੁਹਾਨੂੰ ਜਿਸ ਤਰ੍ਹਾਂ ਕਿ ਮਿਸਟਰ ਅਟਵਾਲ ਨੇ ਵੀ ਅਪੀਲ ਕੀਤੀ ਹੈ, ਜੇਕਰ ਤੁਸੀਂ ਕਲਗੀਧਰ ਟਰਸਟ ਨੂੰ ਕਿਸੇ ਵੀ ਤਰ੍ਹਾਂ ਦੀ ਸਪੋਰਟ ਕਰਨਾ ਚਾਹੁੰਦੇ ਹੋ, ਚਾਹੇ ਉਹ ਬੱਚਿਆਂ ਨੂੰ ਸਪਾਂਸਰ ਕਰਨ ਦੀ ਸਪੋਰਟ ਹੋਵੇ, ਚਾਹੇ ਉਹ COVID-19 ਕਰਕੇ ਕੋਈ ਸਪੋਰਟ ਹੋਵੇ, ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਹੋਰ ਪ੍ਰੋਜੈਕਟ ਲਈ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ TV ਸਕਰੀਨ ਤੇ ਆ ਰਹੇ
ਕੰਟੈਕਟ ਨੰਬਰ, ਈਮੇਲ ਤੇ ਵੈਬਸਾਈਟ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਆਪਣੇ ਸੁਝਾਅ ਵੀ ਦੇ ਸਕਦੇ ਹੋ। ਤੇ ਅੱਜ ਦੇ ਅੰਕ ਦੇ ਵਿੱਚ ਬਸ ਇੰਨਾ ਹੀ। ਅਗਲੀ ਵਾਰ ਫੇਰ ਮੁਲਾਕਾਤ ਹੋਏਗੀ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ